ਜਪ ਕਰੋ ਜੀ, ਨਾਮ ਦੀ ਪ੍ਰਾਪਤੀ ਕਰੋ। ਉਹ ਤਪੰਦਾ ਜਿਹੜਾ ਹੈ ਨਾ, ਉਹ ਤਪਿਸ਼ ਜਿਹੜੀ ਹੈ ਮਨ ਦੀ ਤਪਿਸ਼ ਹੈ ਜੀ, ਵਿਕਾਰਾਂ ਦੀ ਤਪਿਸ਼ ਹੈਗੀ, ਤ੍ਰਿਸ਼ਨਾ ਦੀ ਤਪਿਸ਼ ਹੈਗੀ। ਉਹਨੂੰ ਤੁਸੀਂ ਦੁਨਿਆਵੀ ਜਿਹੜੀ ਹੈਗੀ ਇਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਆਪਾਂ। ਅੱਜ ਆਪਾਂ 1075 1075 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਇਹ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸੋਹਲੇ ਹੈਗੇ, ਉਹ ਇੱਕ ਸੋਹਲਾ ਜਿਹੜਾ ਹੈਗਾ ਉਹ ਆਪਾਂ ਪੰਜਵਾਂ ਸੋਹਲਾ ਲੈ ਰਹੇ ਹਾਂ। ਇਹ ਵੀ ਮੇਰੇ ਖਿਆਲ 'ਚ ਜਿਹੜਾ ਹੈਗਾ ਆਪਣੇ ਵਿੱਚ ਇਕੱਲਾ ਹੀ ਹੈਗਾ। ਇਸ ਤੋਂ ਬਾਅਦ ਛੇਵੇਂ ਜਿਹੜਾ ਹੈਗਾ ਉਹ ਦੋ ਹੈਗੇ। ਅੰਗ 1075 1075 ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਭ में ਵਰਤੈ ਆਪ ਨਿਰਾਰਾ। ਇੱਕ ਅੱਖਰ ਜਿਹੜਾ ਹੈਗਾ ਲਾਈਨ ਦਾ ਆਪਸ ਦੇ ਵਿੱਚ ਗਿਆਨ ਹੈਗਾ। ਆਦ ਤੋਂ ਹੈਗਾ ਉਹ ਮਾਲਕ ਪਰਮਾਤਮਾ, ਨਿਰੰਜਨ ਉਹ ਮਾਲਕ, ਇਹ ਮਾਇਆ ਜਿਹੜੀ ਪਾਈ ਹੋਈ ਆ ਇਸ ਤੋਂ ਰਹਿਤ ਹੈਗਾ, ਇਹਨੂੰ ਬਣਾਉਣ ਵਾਲਾ ਹੈਗਾ, ਇਹ ਖੇਡ ਨੂੰ ਬਣਾਉਣ ਵਾਲਾ ਹੈਗਾ। ਆਦ ਨਿਰੰਜਨ ਪ੍ਰਭ ਨਿਰੰਕਾਰਾ, ਉਹਦਾ ਕੋਈ ਆਕਾਰ ਨਹੀਂ ਹੈਗਾ ਔਰ ਸ੍ਰਿਸ਼ਟੀ ਨੂੰ ਆਕਾਰ ਦਿੱਤਾ ਹੈ ਮਾਲਕ ਪਰਮਾਤਮਾ ਨੇ ਆਪਣੀ ਤਾਕਤ ਦੇ ਨਾਲ। ਆਦ ਨਿਰੰਜਨ ਪ੍ਰਭ ਨਿਰੰਕਾਰਾ, ਉਹ ਹੈਗਾ ਭਾਈ, ਉਹ ਮਾਲਕ ਆ, ਉਹਦੀ ਕਰਨੀ ਹੈ ਆਪਾਂ ਨੇ ਭਗਤੀ, ਜਿਹਦਾ ਕੋਈ ਆਕਾਰ ਨਹੀਂ ਹੈਗਾ। ਜਿਹੜਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇਹਨਾਂ ਨੂੰ ਬਣਾਉਣ ਵਾਲਾ ਆ, ਇਹਨਾਂ ਨੂੰ ਕੰਟਰੋਲ ਕਰਨ ਵਾਲਾ ਆ ਮਾਲਕ ਪਰਮਾਤਮਾ। ਇਹ ਖੇਡ ਨੈਗੇਟਿਵਿਟੀ ਪੋਜ਼ਿਟਿਵਿਟੀ ਦੇ ਵਿੱਚ ਚਲਾਉਣ ਵਾਲਾ ਉਹ ਮਾਲਕ ਪਰਮਾਤਮਾ, ਜਿਹੜਾ ਕਿ ਆਪ ਆਕਾਰ ਰਹਿਤ ਹੈਗਾ ਔਰ ਸਾਰੀ ਸ੍ਰਿਸ਼ਟੀ ਜਿਹੜੀ ਆ ਉਹਨੇ ਆਕਾਰ ਦੇ ਵਿੱਚ ਪਾਤੀ। ਆਪ ਨਿਰੰਕਾਰ ਆ, ਸਾਰੀ ਸ੍ਰਿਸ਼ਟੀ ਆਕਾਰ ਦੇ ਵਿੱਚ ਹੈਗੀ। ਸਭ में ਵਰਤੇ ਆਪ ਨਿਰਾਰਾ, ਔਰ ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਵਰਤ ਰਿਹਾ ਹੈ, ਸਾਰਿਆਂ ਦੇ ਵਿੱਚ ਹੈਗਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਜੋਤ ਹੈਗਾ, ਉਹ ਇਨਸਾਨ ਨਹੀਂ ਹੈਗਾ, ਉਹ ਜੋਤ ਹੈ ਮਾਲਕ ਪਰਮਾਤਮਾ। ਔਰ ਉਹਦੀ ਜੋਤ ਸਾਰਿਆਂ ਦੇ ਵਿੱਚ ਹਰ ਜਗ੍ਹਾ 'ਤੇ ਅਵੇਲੇਬਲ ਹੈ, ਹਰ ਜਗ੍ਹਾ ਦੇ ਉੱਤੇ ਅਵੇਲੇਬਲ ਆ। ਔਰ ਉਸਨੇ ਜਿਹੜਾ ਹੈਗਾ ਜੋਤ ਜਿਹੜੀ ਹੈਗੀ ਸਰੀਰ ਦੇ ਅੰਦਰ, ਜਿਹੜੀ ਆਪਣੀ ਆਤਮਾ ਜਿਹੜੀ ਹੈਗੀ ਸਰੀਰ ਦੇ ਵਿੱਚ ਪਾ ਕੇ, ਸਰੀਰ ਦੇ ਵਿੱਚ ਜਿਹੜੀ ਹੈਗੀ ਉਹ ਕੈਦ ਕਰਕੇ ਰੱਖੀ ਹੋਈ ਹੈ। ਜਿੱਥੇ ਸਰੀਰ ਜਾਊਗਾ ਉੱਥੇ ਦੇ ਉੱਥੇ ਉਹ ਨਾਲੋਂ ਨਾਲ ਤੁਰਦੀ ਹੈ। ਐਸਾ ਦੇਖੋ ਮਾਲਕ ਪਰਮਾਤਮਾ ਨੇ ਐਸੀ ਖੇਡ ਬਣਾਈ ਹੋਈ। ਔਰ ਉਹ ਮਾਲਕ ਪਰਮਾਤਮਾ ਉਹ ਆਪ ਹੀ ਹੈਗਾ, ਪਰ ਆਪਾਂ ਨੂੰ ਨਹੀਂ ਪਤਾ ਲੱਗਦਾ, ਆਪਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਉਹਨੂੰ ਹਰੇਕ ਦੇ ਅੰਦਰ ਹੈਗਾ, ਔਰ ਆਪਾਂ ਨੂੰ ਜਿਹੜਾ ਹੈਗਾ ਆਪਣੀ ਆਤਮਾ ਆਪਣੇ ਤੋਂ ਗੁਪਤ ਹੈਗੀ। ਉਸੇ ਆਤਮਾ ਨੂੰ ਜਿਹੜਾ ਹੈਗਾ ਆਪਾਂ ਨੇ ਪ੍ਰਗਟ ਕਰਨਾ ਹੈ। ਔਰ ਉਹ ਪ੍ਰਗਟ ਹੋਏ। ਮੈਂ ਨਾ ਜੀ ਕਿਤੇ ਪੀਜੀ ਮੈਂ ਕਿਤੇ ਪੜ੍ਹ ਰਿਹਾ ਸੀ, ਉਹ ਕਹਿੰਦਾ ਜੀ ਗੋਡ ਇਜ਼ ਨੋਵੇਅਰ ਕਿਤੇ ਲਿਖਿਆ ਸੀ। ਹਾਂ, ਉਹ ਕੋਈ ਦੂਜਾ ਬੰਦਾ ਆਇਆ, ਉਹ ਕਹਿੰਦਾ ਗੋਡ ਇਜ਼ ਨਾਓਵੇਅਰ। ਉਹ ਨੋਵੇਅਰ ਨੂੰ ਨਾ, ਉਹ ਕਿਤੇ ਵੀ ਨਹੀਂ ਹੈ, ਲੱਭ ਨਹੀਂ ਸਕਦੇ, ਦੇਖ ਨਹੀਂ ਸਕਦੇ ਤੁਸੀਂ ਉਹਨੂੰ, ਮਹਿਸੂਸ ਕਰ ਸਕਦੇ ਹੋ। ਤੇ ਨਾਓਵੇਅਰ ਉਹ ਹਰ ਜਗ੍ਹਾ ਹੈ। ਬਸ ਬਿਲਕੁਲ ਸਹੀ ਹੈ। ਆਦਿ ਨਿਰੰਜਨ ਪ੍ਰਭ ਨਿਰੰਕਾਰਾ, ਸਭ में ਵਰਤੇ ਆਪ ਨਿਰਾਰਾ, ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਇੰਦਾ। ਦੇਖ ਲਓ, ਉਹਦਾ ਕੋਈ ਵਰਣ ਨਹੀਂ ਹੈ, ਕਹਿ ਨਹੀਂ ਸਕਦੇ ਉਹ ਸ਼ਵੇਤ ਵਰਣ ਹੈ, ਸ਼ਾਮ ਵਰਣ ਹੈ, ਕਿਹੜੇ ਵਰਣ ਵਾਲਾ ਹੈ ਮਾਲਕ ਪਰਮਾਤਮਾ। ਉਹਦੀ ਕਿਹੜੀ ਜਾਤ ਹੈ ਭਾਈ, ਕੌਣ ਹੈ ਉਹ? ਜਿਹੜਾ ਹੈਗਾ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਜੱਟ ਹੈ,
ਚਮਾ ਰਿਹਾ। ਕਿਹੜੀ ਜਾਤ ਹੈ ਮਾਲਕ ਪਰਮਾਤਮਾ ਦੀ? ਵਰਨ ਜਾਤ ਚਿਹਨ ਨਹੀਂ ਕੋਈ, ਕੋਈ ਉਹਦਾ ਚਿਹਨ ਹੀ ਨਹੀਂ ਹੈਗਾ। ਫਿਜ਼ੀਕਲ ਜਿਹੜਾ ਹੈਗਾ ਕੋਈ ਆਕਾਰ ਨਹੀਂ ਹੈ, ਚਿਹਨ ਨਹੀਂ ਹੈ। ਕਿਹੋ ਜਿਹਾ ਪਾਏ ਉਹਦਾ ਸਰੀਰ ਕਿਹੋ ਜਿਹਾ ਹੈਗਾ? ਕੋਈ ਚਿਹਨ ਨਹੀਂ ਹੈ, ਕੋਈ ਨਿਸ਼ਾਨ ਹੈ ਹੀ ਨਹੀਂ, ਛੱਡਦਾ ਹੀ ਨਹੀਂ, ਨਿਸ਼ਾਨ ਹੈ ਹੀ ਨਹੀਂ ਉਹਦਾ। ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਇੰਦਾ। ਔਰ ਆਪਣੇ ਹੁਕਮ ਦੇ ਵਿੱਚ ਜਿਹੜੀ ਹੈ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਪੈਦਾ ਕਰ ਦਿੰਦਾ ਹੈ ਮਾਲਕ ਪਰਮਾਤਮਾ। ਆਪਣਾ ਉਹਦਾ ਚਿਹਨ ਵਰਨ ਜਾਤ ਨਹੀਂ ਹੈਗਾ, ਨਹੀਂ ਹੈਗੀ। ਔਰ ਉਹ ਜਿਹੜਾ ਮਾਲਕ ਪਰਮਾਤਮਾ ਸਾਰੀ ਦੀ ਸਾਰੀ ਚਿਹਨ ਦੇ ਨਾਲ ਤਰ੍ਹਾਂ ਤਰ੍ਹਾਂ ਦੀ ਰੰਗ ਬਿਰੰਗੀ ਜਿਹੜੀ ਹੈਗੀ ਆ ਸ੍ਰਿਸ਼ਟੀ ਦੇਖੋ ਰਚ ਦਿੰਦਾ ਹੈ, ਖਿੰਨ ਦੇ ਵਿੱਚ ਰਚ ਦਿੰਦਾ ਹੈ। ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਇੰਦਾ। ਉਹ ਆਪਣੇ ਹੁਕਮ ਦੇ ਨਾਲ ਜਿਹੜੀ ਹੈਗੀ ਸ੍ਰਿਸ਼ਟੀ ਬਣਾ ਦਿੰਦਾ ਹੈ ਔਰ ਹੁਕਮ ਦੇ ਵਿੱਚ ਹੀ ਢਾ ਦਿੰਦਾ ਹੈ ਉਹ ਮਾਲਕ ਪਰਮਾਤਮਾ। आदि निरंजन प्रभ निरंकारा, सब में वर्त है आप निरारा। वर्ण जात चिन्ह नहीं कोई, सब हुक्मे सृष्ट उपायंदा। एक सेकंड जी। ਵਾਹਿਗੁਰੂ। 184 ਜੋਨ ਸਬਾਈ, 84 ਲੱਖ ਜੂਨਾਂ ਪੈਦਾ ਕੀਤੀਆਂ ਹੈ ਮਾਲਕ ਪਰਮਾਤਮਾ ਨੇ ਸਾਰੀਆਂ। 184 ਜੋਨ ਸਬਾਈ। ਹੁਣ ਦੇਖ ਲਓ ਭਾਈ ਇੱਥੇ ਬਾਣੀ ਕੀ ਕਹਿ ਰਹੀ ਹੈ? ਮਾਨਸ ਕੋ ਪ੍ਰਭੇ ਦੀ ਵਡਿਆਈ, ਮਨੁੱਖ ਨੂੰ ਵਡਿਆਈ ਦਿੱਤੀ ਹੈ। ਮਨੁੱਖ ਜੂਨ ਦੇ ਵਿੱਚ ਹੀ ਚਾਂਸ ਹੈਗਾ। ਇਹੀ ਜਿਹੜੀ ਹੈਗੀ ਆ ਟਿੰਡ ਜਿਹੜੀ ਹੈਗੀ ਮਾਲ ਜਿਹੜੀ ਹੈ ਉੱਪਰ ਆਈ ਹੋਈ ਆ, ਇਹੀ ਬਾਰੀ ਹੈਗੀ। ਇਸੇ 'ਚੋਂ ਆਪਾਂ ਜਿਹੜੇ ਨਿਕਲ ਸਕਦੇ ਹਾਂ। ਮਨੁੱਖ ਜੂਨ ਕੀ ਹੈਗੀ? ਇਹ ਪੌੜੀ ਹੈਗੀ ਆਪਣੀ ਔਰ ਆਤਮਾ ਦੇ ਵਿੱਚ। ਇਹ ਪੌੜੀ ਆ ਲੈ ਕੇ ਜਾਂਦੀ ਆਪਾਂ ਨੂੰ ਆਤਮਾ ਦੇ ਵਿੱਚ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਇੰਦਾ। ਪੌੜੀ ਨਹੀਂ ਯੂਜ਼ ਕੀਤੀ, ਇਹ ਪੌੜੀ ਤੇ ਨਹੀਂ ਚੜਿਆ। ਜਿਹੜਾ ਵੀ ਚੁੱਕ ਗਿਆ, ਜੋ ਨਰ ਲਿਖਿਆ ਹੋਇਆ ਇਨਸਾਨ, ਸਿਰਫ ਇਨਸਾਨ, ਇਸ ਪੌੜੀ ਤੇ ਜੋ ਨਰ ਚੂਕਾ, ਚੁੱਕ ਗਿਆ, ਮਿਸ ਕਰ ਗਿਆ, ਸੋ ਆਏ ਜਾਏ ਦੁੱਖ ਪਾਇੰਦਾ। ਆਉਂਦਾ ਜਾਂਦਾ ਰਹੂਗਾ ਤੇ ਦੁੱਖ ਪਾਉਂਦਾ ਰਹੂਗਾ। 84 ਲੱਖ ਜੂਨਾਂ ਦੇ ਵਿੱਚ ਘੁੰਮਦਾ ਰਹੂਗਾ। ਇਹ ਪੌੜੀ ਹੈਗੀ ਔਰ ਮਿਸ ਕਰ ਆਪਾਂ ਆਪਣੀ ਮਰਜ਼ੀ ਆ ਇਹਨੂੰ ਪੌੜੀ ਨੂੰ ਯੂਜ਼ ਕਰ ਲਈਏ, ਮਰਜ਼ੀ ਹੈ ਇਹਨੂੰ ਪੌੜੀ ਨੂੰ ਕੁਛ ਵੀ ਨਾ ਕਰੀਏ। ਬਿਲਕੁਲ ਜਿਹੜਾ ਹੈਗਾ ਟਾਈਮ ਲਿਮਿਟਿਡ ਹੈਗਾ ਆਪਣੇ ਕੋਲ। ਮਾਲਕ ਨੂੰ ਕੋਈ ਕਾਹਲੀ ਨਹੀਂ ਹੈਗੀ। ਮਾਲਕ ਕੋਈ ਕੰਪਲਸਰੀ, ਕੋਈ ਕੰਪਲਸਨ ਨਹੀਂ ਹੈ ਆਪਾਂ ਨੂੰ ਵੀ ਮਾਲਕ ਕਹਿੰਦਾ ਵੀ ਇਹ ਪੌੜੀ ਤੇ ਤੂੰ ਚੜ੍ਹਨਾ ਹੀ ਚੜ੍ਹਨਾ ਹੈ। ਇਹ ਜਿਹੜਾ ਹੈਗਾ ਤੂੰ ਮੁਕਤ ਹੋਣਾ ਹੀ ਹੋਣਾ ਹੈ। ਔਰ ਤੂੰ ਜਿਹੜਾ ਹੈਗਾ ਇਸ ਆਵਾਗਮਨ ਚੋਂ ਨਿਕਲਣ ਵਾਸਤੇ ਸਿਰਫ ਇਹ ਇੱਕੋ ਹੀ ਇੱਕ ਐਸੀ ਪੌੜੀ ਹੈ ਜਿੱਥੋਂ ਨਿਕਲਿਆ ਜਾ ਸਕਦਾ। ਬਸ ਜਦੋਂ ਜੀ ਕਰੂਗਾ ਨਿਕਲ ਲਓ। ਹਾਂ ਬਸ ਬਿਲਕੁਲ ਸਹੀ ਗੱਲ ਹੈ। ਇਸੇ ਚੋਂ ਆਪਾਂ ਨਿਕਲਣ ਦਾ ਚਾਂਸ ਹੈਗਾ ਆਪਣੇ ਕੋਲ। ਆਹੀ ਚਾਂਸ ਹੈਗਾ ਆਪਾਂ ਨੂੰ ਮਿਲਿਆ ਹੋਇਆ। ਆਪਾਂ ਨੂੰ ਸਾਧ ਸੰਗਤ ਵੀ ਮਿਲੀ ਹੋਈ ਆ, ਆਪਾਂ ਨੂੰ ਇਹ ਗਿਆਨ ਵੀ ਮਿਲਿਆ ਹੋਇਆ ਆ। ਬਾਕੀਆਂ ਨੂੰ ਤਾਂ ਦੇਖੋ ਮਨੁੱਖ ਜੂਨ ਮਿਲੀ ਹੋਈ ਆ, ਪੌੜੀ ਦੇ ਬਾਰੇ ਪਤਾ ਹੀ ਨਹੀਂ, ਉਹਨਾਂ ਨੂੰ ਤਾਂ ਗਿਆਨ ਹੀ ਹੈ ਨਹੀਂਗਾ ਵੀ ਕਰਨਾ ਕੀ ਆ। ਉਹ ਤਾਂ ਸਿਰਫ ਫਿਜ਼ੀਕਲ ਜਿਹੜਾ ਮੈਟਰ ਜਿਹੜਾ ਹੈਗਾ ਮੋਹ ਮਾਇਆ ਜੋ ਹੈ ਉਹਦੇ ਵਿੱਚ ਹੀ ਘੁੰਮ ਰਹੇ ਆ। ਆਪਾਂ ਦੇਖ ਲਓ ਆਪਾਂ ਬਿਲਕੁਲ ਜਿਹੜੇ ਹੈਗੇ ਆ ਸਾਰਿਆਂ ਦੇ ਸਾਰੇ ਪਾਸਿਓਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਆਪਣੇ ਵਾਸਤੇ ਜਿਹੜਾ ਹੈਗਾ ਹਰ ਪਾਸਿਓਂ ਜਿਹੜੀ ਸਾਧ ਸੰਗਤ ਇਸ ਟਾਈਮ ਹੈਗੀ ਆ, ਸਾਰੇ ਪਾਸਿਓਂ ਜਿਹੜਾ ਸੰਯੋਗ ਬਣਿਆ ਪਿਆ ਹੈ। ਹਾਂਜੀ ਕੋਈ ਵੀਰ ਜੀ? ਹਾਂਜੀ ਵੀਰ ਜੀ। ਸਤਿਪੁਰਖ ਇਹ ਕਹਿੰਦੇ ਆ ਕਿ ਜਿਹੜੇ ਜਾਣਦੇ ਆ ਨਾ, ਜਿਵੇਂ ਫਾਰ ਐਗਜ਼ਾਮਪਲ ਆਪਾਂ ਜਾਣਦੇ ਆ, ਬਾਣੀ ਪੜ੍ਹ ਰਹੇ ਆ, ਸਮਝ ਵੀ ਰਹੇ ਆ ਜੀ,
ਅਗਰ ਇਹ ਕਮਾਈ ਨਹੀਂ ਕਰਨਗੇ, ਅੰਦਰ ਜਾਣਗੇ, ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ, ਇਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਮਿਲੂ। ਇਹਦੀ ਬਜਾਏ ਕਿ ਜਿਹੜੇ ਅਣਜਾਣ ਆ, ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਇਸ ਰਾਹ ਤੇ ਨਹੀਂ ਆਏ, ਨਾਸਤਿਕ ਕਹਿ ਲਓ, ਉਹਨਾਂ ਨੂੰ ਘੱਟ ਸਜ਼ਾ ਮਿਲੂ। ਬਿਲਕੁਲ ਸਹੀ ਗੱਲ ਹੈ। ਇਹ ਤਾਂ ਬਿਲਕੁਲ ਨਿਆਂ ਹੈ ਨਾ, ਇਹ ਤਾਂ ਬਿਲਕੁਲ ਜਸਟੀਫਾਈਡ ਹੈ ਚੀਜ਼। ਆਪਾਂ ਜਾਣ ਕੇ ਰੂਲ ਬ੍ਰੇਕ ਕਰ ਰਹੇ, ਜਾਣ ਕੇ ਜਿਹੜੀ ਕੋਈ ਚੀਜ਼ ਨਹੀਂ ਕਰ ਰਹੇ ਆ, ਉਹ ਇੱਕ ਨੂੰ ਨਹੀਂ ਪਤਾ ਹੈਗਾ, ਤੇ ਉਹਦਾ ਤਾਂ ਥੋੜਾ ਜਿਹਾ ਜਿਹੜਾ ਹੈਗਾ, ਉਹਦਾ ਤਾਂ ਜਿਹੜਾ ਹੈਗਾ ਗੁਨਾਹ ਜਿਹੜਾ ਹੈਗਾ ਥੋੜਾ ਘੱਟ ਆ। ਮਤਲਬ ਸਾਡੇ ਵਾਸਤੇ ਜਾਣਾ ਚੱਲਣਾ, ਕਮਾਈ ਕਰਨੀ ਕਿੰਨੀ ਜ਼ਰੂਰੀ ਹੈਗੀ ਆ ਜੀ। ਹਾਂ ਬਿਲਕੁਲ। ਅਗਰ ਜਾਣ ਬੁੱਝ ਕੇ ਅਸੀਂ ਮਤਲਬ ਟੋਏ ਵਿੱਚ ਡਿੱਗਾਂਗੇ ਤਾਂ ਸਾਨੂੰ ਜ਼ਿਆਦਾ ਸਜ਼ਾ ਮਿਲੇਗੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਹਾਂਜੀ ਹਾਂਜੀ ਬੋਲੋ ਜੀ। ਵਾਹਿਗੁਰੂ ਜੀ, ਪੜਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨਾ ਮਾਰੀ ਹੈ। ਹਾਂ, ਕੀ ਵਿਚਾਰ ਹੈ? ਬਿਲਕੁਲ। ਇਹਦੇ ਚ ਪਤਾ ਕੀ ਕਹਿ ਰਹੇ ਆ ਮਹਾਰਾਜ? ਬਿਲਕੁਲ ਠੀਕ ਆ, ਉਹੀ ਗੱਲ। ਨਹੀਂ, ਓਮੀ ਦਾ ਕੀ ਮਤਲਬ ਹੈ ਇੱਥੇ? ਇੱਥੇ ਵੀ ਭੇਤ ਹੈਗਾ। ਹਾਂਜੀ, ਜਿਹੜਾ ਕੱਲਾ ਓਮ ਕਹਿ ਨਹੀਂ ਜਾਣਦਾ ਸੀ, ਇੱਕ ਨੂੰ ਉਹਦੇ ਬਾਰੇ ਗਿਆਨ ਹੈ ਨਹੀਂ 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 ਵੀਰ ਜੀ, ਨਹੀਂ ਨਹੀਂ ਨਹੀਂ। ਵਾਹਿਗੁਰੂ ਜੀ, ਦੇਖੋ ਮਹਾਰਾਜ ਕਹਿ ਰਿਹਾ ਕਿ ਪੜਿਆ ਹੋਵੇਂ ਗੁਨਾਹਗਾਰ। ਜੇ ਤੂੰ ਪੜੀ ਜਾਏਗਾ ਕੱਲਾ, ਗਿਆਨ ਲਈ ਜਾਏਗਾ ਤੂੰ ਕੱਲਾ, ਤੇ ਤੂੰ ਜਿਹੜਾ ਹੈਗਾ ਗਿਆਨ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਗੁਨਾਹ ਕਰਨ ਤੋਂ ਨਹੀਂ ਛੁਡਾ ਸਕਦਾ। ਜਿੰਨਾ ਮਰਜੀ ਗਿਆਨੀ ਹੋ ਜਾਏ, ਜਿੰਨਾ ਮਰਜੀ ਗਿਆਨ ਲੈ ਲੈ, ਭਾਵੇਂ ਗੁਰੂ ਗ੍ਰੰਥ ਸਾਹਿਬ ਪੂਰਾ ਯਾਦ ਹੋਏ, ਪੂਰਾ ਉਹਦਾ ਜਿਹੜਾ ਹੈਗਾ ਪੂਰੇ ਉਹਦੇ ਅਰਥ ਕਰਨਾ ਜਾਣਦਾ ਹੋਏ। ਸੌਰੀ ਹਾਂਜੀ, ਕੀ ਕਰ ਰਹੇ ਹੋ ਜੀ ਪਰਮਜੀਤ ਜੀ? ਤੁਹਾਡੀ ਆਵਾਜ਼ ਉਹ ਘੱਟ ਗਈ। ਹਾਂਜੀ, ਇੱਕ ਮਿੰਟ, ਮਾਈਕ ਬਾਕੀ ਜਣੇ ਮਾਈਕ ਬੰਦ ਕਰ ਦਿਆ ਕਰੋ ਨਾ ਜਦੋਂ ਗੱਲ ਕਰਨੀ ਹੁੰਦੀ ਹੈ, ਫੇਰ ਨਹੀਂ ਆਵਾਜ਼ ਕੱਟਦੀ। ਇਹ ਜਿਹੜਾ ਹੈਗਾ ਪੜਿਆ ਹੋਵੇ ਗੁਨਾਹ, ਕਹਿੰਦੇ ਜੇ ਤੂੰ ਖਾਲੀ ਗਿਆਨ ਲਈ ਜਾਏਗਾ, ਪੜੀ ਜਾਏਗਾ ਭਾਈ, क्या पढ़िए क्या गुनिए, क्या वेद पुराण न सुनिए, पढ़े सुने क्या होई, जो सहज न मिले हो सोई, हर का नाम न जपस गवारा, क्या सोचे बारंबारा। पढ़िया होवे गुनाहगार, तू गुनाह करनों नहीं बच सकदा, ज्ञान जिहड़ा आपां नूं नहीं बचा सकदा। दूसरी चीज तां पढ़िया होवे गुनाहगार तां ओमी साध, ओमी कहंदे आ ओम हरिओम वाहिगुरु। ਕਹਿੰਦੇ ਇਸ ਕਰਕੇ ਤੂੰ ਜੋ ਗਿਆਨ ਕਹਿ ਰਿਹਾ ਆ ਉਹ ਕੰਮ ਕਰ, ਉਸ ਗਿਆਨ ਨੂੰ ਸਾਧ ਜੋ ਗਿਆਨ ਕਹਿ ਰਿਹਾ ਆ। ਪੜਿਆ ਹੋਵੇਂ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ, ਫਿਰ ਤੂੰ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥੋਂ ਨਹੀਂ ਮਾਰਿਆ ਜਾਏਗਾ। पढ़िया होवे गुनाहगार तो उम्मी साध ना मारिए, जेवेहा काले कालना तिवे हो नाम पचारिए। तेरी मर्जी है पाए तू ज्ञानी बन जा, ते तेरी मर्जी है तू ध्यान कर ला। जेहे जा काम करे पढ़िया ते ओमिया विचार अगे विचारिए। आही विचार अगे जाके धर्मराज ने देखना भी तू खाली पढ़ के कढ़ के आ रहा है, जाके तू जेड़ा हैगा साधना करके आ रहा है। आही डिफरेंस है ऊपर। ਜਿਹੜਾ ਓਮੀ ਆ ਵੀਰ ਜੀ, ਇਹ ਤਾਂ ਮਤਲਬ ਕਿ ਆਮ ਇੱਕ ਸਧਾਰਨ ਬੰਦਾ ਗਾ, ਤੇ ਉਹ ਪ੍ਰਭੂ ਦਾ ਨਾਮ ਨਹੀਂ ਜਪਦਾ, ਉਹ ਸਧਾਰਨ ਆ ਜੀ, ਬਿਲਕੁਲ। ਮਤਲਬ ਨਹੀਂ ਵੀਰ ਜੀ, ਇਹ ਨਹੀਂ, ਉਹ ਨਹੀਂ ਕਹਿ ਸਕਦੇ, ਉਹ ਨਹੀਂ ਓਮੀ, ਆਪਾਂ ਉਹਨੂੰ ਓਮੀ ਨਹੀਂ ਕਹਿ ਸਕਦੇ, ਚਲਾਕ ਵੀ ਨਹੀਂ ਹੈਗਾ, ਮਤਲਬ ਨਹੀਂ ਵੀਰ ਜੀ, ਸਿੱਧਾ ਬੰਦਾ ਜਿਹਨੂੰ ਕਹਿ ਦਿੰਦੇ ਆ ਜੀ। ਨਹੀਂ ਵੀਰ ਜੀ, ਨਹੀਂ 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 ਨਹੀਂ, ਇਹ ਨਹੀਂ, ਇਹ ਅਰਥ ਲਗਾਉਣੇ ਜਿਹੜੀ ਓਮੀ ਜਿਹੜਾ ਹੈਗਾ ਤੁਸੀਂ ਇਹ ਅਰਥ ਲਗਾਓ, ਨਹੀਂ ਇਹ ਅਰਥ ਨਹੀਂ ਬਣ ਰਹੇ। ਓਮੀ ਸਾਧ ਲਿਖਿਆ, ਸਾਧਣਾ ਲਿਖਿਆ ਹੋਇਆ ਆ ਉੱਥੇ। ਸਾਧ ਦਾ ਮਤਲਬ ਜਿਹੜਾ ਹੈਗਾ ਆਪਾਂ ਨੇ ਕਰਤਾ ਸਾਧਨਾ ਕਰਨ ਵਾਲਾ। ਕਹਿੰਦੇ ਓਮੀ ਸਾਧ, ਓਮ ਦੀ ਸਾਧਨਾ ਕਰ। ਕਹਿੰਦੇ ਇਸ ਚੀਜ਼ ਨੂੰ ਸਾਧ, ਤੂੰ ਮਨ ਨੂੰ ਸਾਧ, ਮਨ ਸਾਧੇ ਸਿੱਧ ਹੋਈ। ਪੜਿਆ ਹੋਵੇਂ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਜਿਵੇਹਾ ਕਾਲੇ ਕਾਲਣਾ ਤਿਵੇ ਹੋ ਨਾ ਉਪਚਾਰੀਏ। ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ। ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਪਿਆਰਿਆ ਵੀ ਕੱਲਾ ਗਿਆਨ ਲੈ ਲੈ ਕੇ ਇਹੋ ਜਿਹੀ ਕਲਾ ਤੇ ਦਰਗਾਹ ਦੇ ਵਿੱਚ ਜਾ ਕੇ ਉੱਥੇ ਹਾਰ ਜਾਏ। ਇੱਥੇ ਦੇ ਇੱਥੇ ਜਦ ਤੱਕ ਆਤਮ ਦਰਸ਼ਨ, ਆਤਮਾ ਤੱਕ ਆਤਮ ਨਹੀਂ ਹੋਇਆ, ਆਤਮ ਦਰਸ਼ਨ, ਆਤਮ ਯਾਤਰਾ, ਤੇ ਅੱਗੇ ਤਾਂ ਹਾਰੇ ਪਏ ਆਪਾਂ। ਐਸੀ ਕਲਾ ਨਾ ਖੇਡੀਏ ਜਿ ਦਰਗਹਿ ਗਿਆ ਹਾਰੀਏ,
ਪੜ੍ਹਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ। ਤੇਰੀ ਮਰਜ਼ੀ ਹੈ ਭਾਈ, ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲਣਾ ਹੈ ਤੇ ਅੱਗੇ ਜਾ ਕੇ ਮਾਰਿਆ ਜਾਏਗਾ। ਜੇ ਆ ਬ੍ਰਹਮ ਗਿਆਨ ਜਿਹੜਾ ਹੈਗਾ ਇਹਦੇ ਹਿਸਾਬ ਦੇ ਨਾਲ ਚੱਲ ਕੇ ਤੇ ਗਿਆਨ ਲੈ ਲਿਆ ਤੇ ਗਿਆਨ ਨੂੰ ਕਮਾ ਲਏਗਾ ਤੇ ਅੱਗੇ ਜਿਹੜਾ ਹੈਗਾ ਸੁਰਖਰੂ ਹੋ ਜਾਏਗਾ। ਆਹ ਗੱਲ ਹੈਗੀ ਜੀ ਉਹ। ਤੇ ਬਿਲਕੁਲ ਜੀ, ਉਹ ਗੁਰਬਾਣੀ ਦੇ ਵਿੱਚ ਕਦੇ ਵੀ ਡੁਐਲਿਟੀ ਦੇ ਵਿੱਚ ਗੱਲ ਨਹੀਂ ਹੁੰਦੀ। ਜੋ ਹੁੰਦੀ ਹੈ ਇੱਕੋ ਪਾਸੇ ਨੂੰ ਗੱਲ ਹੋ ਰਹੀ ਹੈ। ਜੇ ਆਪਾਂ ਦੋ ਤਰਫਾ ਗੱਲ ਕਰਾਂਗੇ ਨਾ, ਕਿਉਂਕਿ ਉੱਥੇ ਫਿਰ ਦੇਖੋ ਗੁਰਬਾਣੀ ਇਹ ਵੀ ਕਹਿ ਰਹੀ ਹੈ ਕਿ ਪੜ੍ਹੇ ਸੁਣੇ ਕਿਆ ਹੋਈ, ਜਾਂ ਸਹਿਜ ਨਾ ਮਿਲਿਆ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ। ਹਾਂ, ਸੋਚੇ ਬਾਰੰਬਾਰ ਤੂੰ ਸਾਧਨਾ ਤਾਂ ਕਰ ਹੀ ਨਹੀਂ ਰਿਹਾ। ਬਿਲਕੁਲ ਸਹੀ ਆ ਜੀ, ਬਿਲਕੁਲ ਸਹੀ ਆ। 184 ਜੋਨ ਸਬਾਈ, ਮਾਨਸ ਕੋ ਪ੍ਰਭੇ ਦੀ ਵਡਿਆਈ। ਮਾਨਸ ਨੂੰ ਵਡਿਆਈ ਦਿੱਤੀ ਹੋਈ ਹੈ ਵੀ ਸਾਧਨਾ ਕਰ ਸਕਦਾ ਆ, ਮਨ ਨੂੰ ਸਾਧ ਸਕਦਾ ਹੈ। ਸਾਧਨਾ ਕੀ ਹੈ? ਮਨ ਨੂੰ ਸਾਧਨਾ ਹੈ ਬਸ। ਮਨ ਨੂੰ ਸਾਧਨਾ ਕੀ ਹੈ? ਮਨ ਨੂੰ ਵਿਸ਼ੇ ਵਿਕਾਰਾਂ ਤੋਂ ਜਿਹੜਾ ਹੈਗਾ ਇਹਨਾਂ ਤੋਂ ਮਨ ਨੂੰ ਰਿਸਟ੍ਰਿਕਟ ਕਰਨਾ ਹੈਗਾ। ਜਿੰਨੀ ਕੁ ਲੋੜ ਆ ਓਨਾ ਹੀ ਇਹਨੂੰ ਦੇਣਾ ਆ ਬਸ। ਆਹ ਹੈਗੀ ਸਾਧਨਾ। ਰੋਜ਼ ਇਹੀ ਸਾਧਨਾ ਕਰਨੀ ਆ ਔਰ ਇਹਦੇ ਵਾਸਤੇ ਜਿਹੜਾ ਵਿਚਾਰ ਛੱਡਾਂਗੇ ਤੇ ਮਨ ਜਿਹੜਾ ਕੰਸਨਟਰੇਟ ਹੋ ਜਾਏਗਾ, ਮਨ ਦੀ ਪਾਵਰ ਵੱਧ ਜਾਏਗੀ। ਮਨ ਕੰਟਰੋਲ ਕਰਨ ਦੀ ਸ਼ਕਤੀ ਮਨ ਦੇ ਕੋਲ ਆ ਜਾਏਗੀ। ਜਿਉਂ-ਜਿਉਂ ਸਾਧਨਾ ਕਰੀ ਜਾਵਾਂਗੇ ਤਿਉਂ-ਤਿਉਂ ਜਿਹੜੀ ਇਹ ਪਾਵਰ ਆਈ ਜਾਏਗੀ, ਤਿਉਂ-ਤਿਉਂ ਆਪਾਂ ਮਨ ਕੰਟਰੋਲ 'ਚ ਹੁੰਦਾ ਜਾਏਗਾ। ਆਪਣੇ ਅਵਗੁਣ ਜਿਹੜੇ ਨਿਕਲਦੇ ਜਾਣਗੇ, ਪਿਓਰ ਹੋ ਜਾਏਗਾ। 12 ਵੰਨੀ ਸੋਨਾ ਜਿਹੜਾ ਕੱਲ ਆਪਾਂ ਨੇ ਪੜ੍ਹਿਆ ਸੀਗਾ। 184 ਜੋਨ ਸਵਾਈ, ਮਾਨਸ ਕੋ ਪ੍ਰਭੇ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਏਂਦਾ। ਬਾਣੀ ਜਿਹੜੀ ਹੈਗੀ ਬਿਲਕੁਲ ਕ੍ਰਿਸਟਲ ਕਲੀਅਰ ਹੈਗੀ ਆ। ਕਹਿੰਦੇ ਜੂਨਾਂ ਚੋਂ ਨਹੀਂ ਬਚਾ ਸਕਦਾ ਤੈਨੂੰ ਆਹ ਪੌੜੀ ਜਿਹੜੀ, ਜੇ ਤੂੰ ਧਿਆਨ ਸਿਮਰਨ ਨਹੀਂ ਕੀਤਾ, ਜੇ ਚੁੱਕ ਗਿਆ ਤੇ ਭਾਈ ਫਿਰ ਜਿਹੜਾ ਹੈਗਾ ਦੁੱਖ ਵੀ ਪਾਉਂਦਾ ਰਹੇਗਾ ਤੇ ਨਾਲੇ ਜਿਹੜਾ ਹੈਗਾ ਜਨਮ ਮਰਨ ਦੇ ਗੇੜੇ ਦੇ ਵਿੱਚ ਚੱਲਦਾ ਰਹੇਗਾ। ਕੀਤਾ ਹੋਵੇ ਤਿਸ ਕਿਆ ਕਹੀਏ। ਔਰ ਇੱਥੇ ਦੇਖ ਲਓ ਸਭ ਤੋਂ ਵੱਡੀ ਵਿਡੰਬਨਾ ਹੈਗੀ, ਜਿਹੜੇ ਵੀ ਮਹਾਂਪੁਰਖ ਸੋ ਕਾਲਡ ਜਿਹੜੇ ਹੈਗੇ ਆਪਾਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਬਸ। ਕਹਿੰਦੇ ਉਹ ਤਾਂ ਕੀਤੇ ਹੋਏ ਆ ਭਾਈ, ਉਹ ਤਾਂ ਕੀਤੇ ਹੋਏ ਆ, ਮਾਲਕ ਪਰਮਾਤਮਾ ਦੇ ਕੀਤੇ ਹੋਏ ਆ, ਕਿਰਤ ਹੈ। ਕਰਤੇ ਨੂੰ ਸਲਾਹ ਕੀਤਾ ਹੋਵੇ ਤਿਸ ਕਿਆ ਕਹੀਏ, ਉਹਨੂੰ ਕੀ ਕਹਿਣਾ ਹੈ, ਉਹਦੀ ਕੀ ਵਡਿਆਈ ਕਰਨੀ ਹੈ। ਕੀਤਾ ਹੋਵੇ ਤਿਸ ਕਿਆ ਕਹੀਏ, ਗੁਰਮੁਖੇ ਨਾਮ ਪਦਾਰਥ ਲਈਏ। ਗੁਰੂ ਦੇ ਦੁਆਰਾ ਜੋ ਗੁਰੂ ਕਹਿ ਰਹੇ ਆ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਹ ਨਾਮ ਪਦਾਰਥ ਤੱਕ ਦੀ ਯਾਤਰਾ ਕਰ। ਆਪਣੇ ਅੰਦਰੋਂ ਨਾਮ ਪਦਾਰਥ ਲੱਭ ਲਾ। ਉਹ ਨਾਮ ਦਾ ਝਰਨਾ ਜਿਹੜਾ ਹੈਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਹਟਾ ਲਾ। ਕੀਤਾ ਹੋਵੇ ਤਿਸ ਕਿਆ ਕਹੀਏ, ਗੁਰਮੁਖੇ ਨਾਮ ਪਦਾਰਥ ਲਈਏ। ਜਿਸ ਆਪ ਭੁਲਾਏ ਸੋਈ ਭੂਲੈ, ਸੋ ਬੂਝੈ ਜਿਸੈ ਬੁਝਾਇਂਦਾ। ਹਾਲੋ ਫਿਰ ਹੁਣ ਜਿਹੜਾ ਹੈਗਾ ਇੱਥੇ ਫਿਰ ਪੈਸੀਮਿਸਟਿਕ ਹੋ ਜਾਣਾ। ਕਹਿੰਦੇ ਲਓ ਜੀ ਕਲੀਅਰ ਤਾਂ ਲਿਖਿਆ, ਮਾਲਕ ਹੀ ਤਾਂ ਭੁਲਾਉਂਦਾ ਹੈ, ਮਾਲਕ ਹੀ ਬੁਝਾਉਂਦਾ ਹੈ। ਜਦ ਬੁਝਾਊਗਾ ਤੇ ਬੁੱਝ ਜਾਵਾਂਗੇ। ਸੋ ਬੂਝੈ ਜਿਸੇ ਬੁਝਾਇਂਦਾ, ਕਲੀਅਰ ਤਾਂ ਲਿਖਿਆ, ਦੇਖੋ ਤਾਂ ਸਹੀ, ਪੜ੍ਹੋ ਤਾਂ ਸਹੀ ਤੁਸੀਂ। ਸੋ ਬੂਝੈ ਜਿਸੇ ਬੁਝਾਇਂਦਾ, ਉਹੀ ਬੁੱਝੂਗਾ ਜਿਹਨੂੰ ਬੁਝਾਊਗਾ। ਮਾਲਕ ਬੁਝਾਊਗਾ ਤੇ ਅਸੀਂ ਵੀ ਬੁੱਝ ਜਾਵਾਂਗੇ। ਹੁਣ ਦੇਖੋ ਕਿੰਨਾ ਬਾਣੀ ਜਿਹੜੀ ਹੈਗੀ ਆ, ਜਿਸ ਆਪ ਭੁਲਾਏ ਸੋਈ ਭੁਲੇ। ਮਾਲਕ ਪਰਮਾਤਮਾ ਨੇ ਤਾਂ ਇਹ ਭੂਲ ਭੁਲਈਆ ਦਾ ਗੇਮ ਪਾਈ ਹੋਈ ਆ। ਉਸੇ ਨੇ ਤਾਂ ਭੁਲਾਉਣ ਵਾਸਤੇ ਤਾਂ ਗੇਮ ਪਾਈ ਆ ਮਾਲਕ ਪਰਮਾਤਮਾ ਨੇ। ਆਹੀ ਤਾਂ ਖੇਡ ਹੈਗੀ ਆ। ਸੋ ਬੂਝੈ ਜਿਸੇ ਬੁਝਾਇਂਦਾ। ਹੁਣ ਜਿਹੜਾ ਹੈਗਾ ਮਾਲਕ ਨੇ ਦੋਨੋਂ ਚੀਜ਼ਾਂ, ਇਹ ਪਦਾਰਥ ਚੋਗਾ ਸਾਰਾ ਪਾਇਆ ਹੋਇਆ ਆ ਔਰ ਨਿਕਲਣ ਦਾ ਰਸਤਾ ਵੀ ਪਾਇਆ ਮਾਲਕ ਨੇ ਦੱਸਦਾ ਹੈ। ਬ੍ਰਹਮ ਗਿਆਨ ਵੀ ਦਿੱਤਾ ਹੋਇਆ ਹੈ। ਹੁਣ ਇਨਸਾਨ ਦੇ ਕੋਲ ਆਪਸ਼ਨ ਹੈਗਾ, ਇਨਸਾਨ ਦੇ ਕੋਲ ਬਈ ਤੂੰ ਕੀ ਚਾਹੁੰਦਾ ਹੈ। ਜੇ ਤੂੰ ਭੂਲ ਭੁਲੇਆ 'ਚ ਚਾਹੁੰਦਾ ਤੇ ਭੂਲ ਭੁਲੇਆ 'ਚ ਤਾਂ ਪਾਈ ਜਾ ਰਿਹਾ ਮਾਲਕ, ਉਸੇ 'ਚ ਪ੍ਰੋਗਰੈਸ ਦੇਈ ਜਾਊਗਾ। ਜੇ ਤੂੰ ਚਾਹੁੰਦਾ ਹੈ ਬਾਹਰ ਨਿਕਲਣਾ, ਜੇ ਤੂੰ ਬੁੱਝਣਾ ਚਾਹੁੰਦਾ ਹੈ ਤੇ ਮਾਲਕ ਪਰਮਾਤਮਾ ਉਸੇ ਵੇਲੇ ਜਿਹੜਾ ਹੈਗਾ ਬੁਝਾਈ ਦੇਣ ਲੱਗ ਜੂਗਾ। ਇਹ ਤਾਂ ਇੰਟਰਸਟ ਆਪਣਾ ਕੀ ਚੁਆਇਸ ਹੈਗੀ, ਆਪਣਾ ਕੀ ਇੰਟਰਸਟ ਹੈਗਾ। ਮਾਲਕ ਥੋੜੀ ਨਾ, ਜੇ ਮਾਲਕ ਹੀ ਜਿਹੜਾ ਹੈਗਾ ਇੱਧਰ ਉੱਧਰ ਸ਼ਿਫਟ ਕਰੀ ਜਾਊਗਾ ਤੇ ਫਿਰ ਤਾਂ ਭਾਈ ਫਿਰ ਗੇਮ ਦਾ ਫਾਇਦਾ ਕੀ ਹੋਇਆ। ਫਿਰ ਕਾਹਦੀ ਗੇਮ ਹੋਈ ਭਾਈ, ਫਿਰ ਗੇਮ ਖੇਡ ਕਾਹਦੀ ਹੋਈ। ਫਿਰ ਜੇ ਮਾਲਕ ਨੇ ਇੱਧਰੋਂ ਚੱਕ ਕੇ ਉੱਧਰ ਕਰਤੀ, ਮਾਲਕ ਚੱਕ ਕੇ ਕਰੂਗਾ, ਕਰਦਾ ਆ, ਕਰਨਾ ਮਾਲਕ ਨਹੀਂ ਹੈ, ਪਰ ਆਪਸ਼ਨ ਆਪਣੀ ਹੈਗੀ ਬਸ। ਆਹ ਭੇਤ ਹੈਗਾ, ਇੰਨਾ ਕੁ ਭੇਤ ਲੈ ਲਿਆ ਆਪਾਂ ਤੇ ਆ ਜਿਹੜੀ ਹੈਗੀ ਇਹ ਬੰਦ ਜਿਹੜਾ ਹੈਗਾ
ਇਹ ਲਾਈਨਾਂ ਜਿਹੜੀਆਂ ਹੈਗੀਆਂ ਖੁੱਲ ਜਾਣਗੀਆਂ, ਇਹਦੀ ਗਹਿਰਾਈ ਤੱਕ ਪਹੁੰਚ ਔਰ ਜਾਵਾਂਗੇ। ਬੇਨਤੀ ਵੀ ਇਹੀ ਹੈ ਨਾ ਜੀ ਵੀਰ ਜੀ, ਬੇਨਤੀ ਵੀ ਇਹੀ ਹੈ ਨਾ ਜੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹਾਂ ਬਿਲਕੁਲ ਬੇਨਤੀ ਹੈਗੀ, ਇਹੀ ਤਾਂ ਆਪਸ਼ਨ ਹੈਗਾ। ਬੇਨਤੀ ਕਹਿ ਲਓ, ਆਪਸ਼ਨ ਕਹਿ ਲਓ, ਬਸ ਰਿਕੁਐਸਟ ਕਹਿ ਲਓ। ਬਿਲਕੁਲ। ਹਰਖ ਸੋਗ ਕਾ ਨਗਰ ਇਹੋ ਕੀਆ, ਕਹਿੰਦੇ ਸਰੀਰ ਜਿਹੜਾ ਤੈਨੂੰ ਮਿਲਿਆ ਇਹਦੇ ਵਿੱਚ ਖੁਸ਼ੀ ਵੀ ਆਉਣੀ ਆ, ਗਮੀ ਵੀ ਆਉਣੀ ਆ, ਸਾਰਾ ਕੁਝ ਆਉਣਾ ਹੈ। ਇਹ ਤਾਂ ਇਸ ਤਰ੍ਹਾਂ ਚੱਲਦੇ ਰਹਿਣਾ ਹੈ ਸਰੀਰ ਦੇ ਵਿੱਚ। ਜੋ ਤੇਰੇ ਕਰਮ ਹੈਗੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਤੇਰੀ ਪ੍ਰਾਲਬਧ, ਤੇਰਾ ਬਟੂਆ ਖੁੱਲਣਾ, ਉਹਦੇ ਵਿੱਚ ਜੋ ਨਿਕਲਣਾ ਤੈਨੂੰ ਮਿਲ ਜਾਣਾ ਸਮੇਂ ਸਮੇਂ ਤੇ। ਸੇ ਉਬਰੇ ਜੇ ਜੋ ਸਤਿਗੁਰ ਸਰਣੀਆ, ਔਰ ਇਹਦੇ ਚੋਂ ਉਹੀ ਉੱਭਰ ਸਕਦੇ ਆ ਜਿਨ੍ਹਾਂ ਕੋਲ ਬ੍ਰਹਮ ਗਿਆਨ ਹੈਗਾ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਆ, ਜਿਹੜੇ ਹਰ ਟਾਈਮ ਜਿਹੜਾ ਹੈਗਾ ਗੁਰਬਾਣੀ ਨੂੰ ਸੇਧ ਬਣਾ ਕੇ ਜਿਹੜੇ ਹੈਗੇ ਉਹ ਗੁਰਬਾਣੀ ਦੇ ਅਨੁਸਾਰ ਜਿਹੜਾ ਹੈਗਾ ਆਪਣੀ ਜੀਵਨ ਯਾਤਰਾ ਕਰਦੇ ਆ, ਉਹ ਉੱਪਰ ਜਾਂਦੇ ਆ। ਨਹੀਂ ਤਾਂ 3 ਗੁਣਾ ਤੇ ਰਹੇ ਨਿਰਾਰਾ, ਸੋ ਗੁਰਮੁਖੇ ਸੋਭਾ ਪਾਇੰਦਾ। ਨਹੀਂ ਤਾਂ 3 ਗੁਣੀ ਫਸਾ ਕੇ ਰੱਖਦੇ ਆ ਪਾਏ, ਇਹ ਮਾਇਆ। ਇਸ ਤਰੀਕੇ ਦੇ ਨਾਲ ਨਿਰਾਰਾ ਰਹਿ ਸਕਦੇ ਹਾਂ ਆਪਾਂ, ਗੁਰੂ ਦੇ ਰਾਹੀਂ ਸੋਭਾ ਪਾ ਸਕਦੇ ਹਾਂ ਲੋਕ ਪਰਲੋਕ ਦੇ ਵਿੱਚ। ਅਨਕ ਕਰਮ ਕੀਏ ਬਹੁ ਤੇਰੇ। ਹੁਣ ਦੇਖੋ ਇਹ ਕਰਮ ਕਿਹੜੇ ਕਰਮਾਂ ਦੀ ਗੱਲ ਕਰ ਰਹੇ ਵੀ? ਇਹ ਜਿਹੜੀ ਇਕੱਠੀ ਕਰਨ ਵਾਸਤੇ ਜਿਹੜਾ ਹੈਗਾ ਆਪਾਂ ਬਿਜ਼ਨਸ ਕਰਦੇ ਹਾਂ ਜਾਂ ਹੋਰ ਨੌਕਰੀ ਕਰਦੇ ਹਾਂ ਜਾਂ ਕੁਛ ਕਰਦੇ ਹਾਂ? ਨਹੀਂ ਭਾਈ ਨਹੀਂ, ਇਹ ਕਰਮ ਧਰਮ ਦੇ ਉੱਤੇ ਜਿਹੜੇ ਕਰਮ ਕਰਦੇ ਹਾਂ ਆਪਾਂ। ਅਨਕ ਕਰਮ ਕੀਏ ਬਹੁ ਤੇਰੇ, ਬਹੁਤੇ ਕਰਮ ਕਰਕੇ ਦੇਖ ਲਏ, ਜੋ ਕੀਜੇ ਸੋ ਬੰਧਨ ਪੈਰੇ। ਕਹਿੰਦੇ ਅਨੇਕਾਂ ਕਰਮ, ਜਿਹੜਾ ਵੀ ਕਰਮ ਆਪਾਂ ਕਰਦੇ ਹਾਂ ਧਰਮ ਦੇ ਨਾਮ ਤੇ, ਉਹ ਪੈਰ ਦੇ ਉੱਤੇ ਬੰਧਨ ਆ ਜਾਏਗਾ। ਜੇ ਆਪਾਂ ਗੁਰਮੁਖ ਸਿਸਟਮ, ਗੁਰਬਾਣੀ, ਗੁਰੂ ਦੀ ਮੱਤ ਤੋਂ ਜਿਹੜਾ ਹੈਗਾ ਉਹਨੂੰ ਸਾਹਮਣੇ ਰੱਖ ਕੇ ਔਰ ਉਹ ਕਰਮ ਨਹੀਂ ਕਰਦੇ। ਅਨੇਕ ਕਰਮ ਕੀਏ ਬਹੁ ਤੇਰੇ, ਜੇ ਦੇਖ ਲਓ ਜੋ ਵੀ ਆਪਾਂ ਨੇ ਸਵੇਰੇ ਨਹਾ ਲਓ, ਧੋ ਲਓ, ਔਰ ਜਿਹੜਾ ਹੈਗਾ ਕੱਲਾ ਪਾਠ ਕਰੀ ਜਾਓ, ਜੇ ਕਿਤੇ ਤੀਰਥਾਂ ਤੇ ਚਲੇ ਜਾਓ, ਜੋ ਮਰਜ਼ੀ ਕਿਤੇ ਨਹਾ ਲਓ, ਕਿਤੇ ਜਾ ਕੇ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਮਰਜ਼ੀ ਰੂਟੀਨ ਆਪਣਾ ਕਰ ਲਿਆ ਆਪਾਂ ਨੇ, ਉਹ ਜਿਹੜਾ ਹੈਗਾ ਰੂਟੀਨ ਉਹਨਾਂ ਨੇ ਟਾਈਮ ਖਾ ਜਾਣਾ ਹੈ ਆਪਣਾ। ਕਰਮੀ ਸਹਿਜ ਨਾ ਉਪਜੈ। ਹਾਂ, ਉਹਨਾਂ ਦੇ ਨਾਲ ਸਹਿਜ ਨਹੀਂ ਉਪਜ ਸਕਦਾ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੈਰੇ। ਉਹ ਤਾਂ ਰੁਕਾਵਟ ਬਣ ਗਏ ਭਾਈ, ਉਹਨਾਂ ਨੇ ਸਲੋ ਕਰ ਦਿੱਤਾ ਆਪਣੀ ਯਾਤਰਾ। ਅਨਕ ਕਰਮ ਕੀਏ ਬਹੁ ਤੇਰੇ, ਬਹੁਤ ਜਿਹੜਾ ਚੌਕਸ ਹੋ ਕੇ ਜਿਹੜਾ ਹੈਗਾ ਚੱਲਣ ਦੀ ਲੋੜ ਆ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੈਰੇ। ਕਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਇਂਦਾ। ਕਹਿੰਦੇ ਬੀਜਣ ਦੀ ਰੁੱਤ ਜਿਹੜੀ ਹੈਗੀ ਆ, ਜਿੱਥੇ ਕਣਕ ਦੀ ਲੋੜ ਆ ਉੱਥੇ ਝੋਨਾ ਬੀਜੀ ਜਾ ਰਹੇ ਆ, ਜਿੱਥੇ ਝੋਨੇ ਦੀ ਲੋੜ ਆ ਉੱਥੇ ਕਣਕ ਬੀਜੀ ਜਾ ਰਹੇ ਆ। ਕਹਿੰਦੇ ਕਰੁੱਤਾ ਬੀਜ ਬੀਜਾਂਗੇ ਨਹੀਂ ਜੰਮੇਗਾ ਭਾਈ, ਔਰ ਲਾਹਾ ਵੀ ਚਲੇ ਜਾਏਗਾ, ਤੇਰਾ ਬੀਜ ਵੀ ਚਲੇ ਜਾਏਗਾ ਔਰ ਸਮਾਂ ਵੀ ਚਲੇ ਜਾਏਗਾ, ਮੂਲ ਤਨ ਤੇਰੇ ਸਵਾਸ ਚਲੇ ਜਾਣਗੇ। ਲਾਹਾ ਮੂਲ, ਸਭ ਲਾਹਾ ਮੂਲ ਗਵਾਇਂਦਾ। ਅਨਕ ਕਰਮ ਕੀਏ ਬਹੁ ਤੇਰੇ, ਕਰਕੇ ਦੇਖ ਲੈ ਕਹਿੰਦੇ, ਜੋ ਕੀਜੈ ਸੋ ਬੰਧਨ ਪੈਰੇ। ਜਿਹੜਾ ਵੀ ਕਰਦੇ ਆ ਕਹਿੰਦੇ ਉਹ ਸੰਸਕਾਰ ਬਣ ਜਾਂਦਾ ਹੈ, ਬਸ ਰੂਟੀਨ ਬਣ ਜਾਂਦਾ, ਸੰਸਕਾਰ ਬਣ ਜਾਂਦਾ ਹੈ। ਔਰ ਦੇਖੀਏ ਤੇ ਸਾਲਾਂ ਬੱਧੀ ਹੋ ਜਾਂਦੇ ਆ, ਕਿੰਨੇ ਸਾਲ ਹੋ ਜਾਂਦੇ ਆ, ਇਨਸਾਨ ਨੂੰ ਕੋਈ ਚੜ੍ਹਾਈ ਹੈ ਹੀ ਨਹੀਂ, ਬਸ ਉਸੇ ਰੂਟੀਨ ਦੇ ਵਿੱਚ ਚਲੇ ਜਾ ਰਿਹਾ ਇਨਸਾਨ। ਨਾ ਕੰਮ ਵੀ ਉੱਥੇ ਹੀ ਖੜਾ ਹੈ, ਉਸ ਤੋਂ ਜ਼ਿਆਦਾ ਵੱਧ ਗਿਆ, ਕ੍ਰੋਧ ਵੀ ਵੱਧ ਗਿਆ, ਲੋਭ ਵੀ ਵੱਧ ਗਿਆ, ਮੋਹ ਵੀ ਵੱਧ ਗਿਆ, ਕੋਈ ਪ੍ਰੋਗਰੈਸ ਹੈ ਹੀ ਨਹੀਂ ਹੈ। ਔਰ ਇਨਸਾਨ ਜਿਹੜਾ ਆਪਣੇ ਨਾਲ ਦੇਖਦਾ ਹੀ ਨਹੀਂ ਕਦੀ ਜਿਹੜਾ ਹੈਗਾ ਆਪਣੇ ਉੱਤੇ ਗੌਰ ਹੀ ਨਹੀਂ ਕਰਦਾ ਬਈ ਮੈਂ ਜਿਹੜੀ ਬੋਟ 'ਚ ਬੈਠਾ ਇਹਨੂੰ ਬਦਲ ਲਵਾਂ, ਜਦ ਇਹ ਕਿਤੇ ਜਾ ਹੀ ਨਹੀਂ ਰਹੀ, ਜਦ ਇਹਦੇ 'ਚ ਸੁਰਾਖ ਹੋਏ ਆ, ਡੁੱਬ ਰਹੀ ਹੈ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਕਰੁੱਤਾ ਬੀਜ ਬੀਜੈ ਨਹੀਂ ਜੰਮੈ, ਕੁਰੁੱਤਾ ਜਿਹੜੀ ਰੁੱਤੀ ਨਹੀਂ ਹੈ, ਸਭ ਲਾਹਾ ਮੂਲ ਗਵਾਇਂਦਾ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਆ ਲਓ ਆ ਗਈ ਰੁੱਤ। ਕਹਿੰਦੀ ਕਲਾ ਦਾ ਯੁੱਗ ਹੈਗਾ, ਇਹਦੇ ਵਿੱਚ ਕੀਰਤਨ ਬੀਜਣ ਦਾ ਕੰਮ ਆ ਭਾਈ। ਆ ਬੀਜ ਕਲਯੁਗ ਮੈਂ ਕੀਰਤਨ ਪ੍ਰਧਾਨ ਹੈਗਾ, ਆ ਬੀਜ ਪਾ। ਕੁਰਤਾ ਮਤਲਬ ਕੀ? ਖਰਾਬ ਬੀਜ? ਕੁਰਤਾ ਮਤਲਬ ਜਿਹੜੀ ਰੁੱਤ ਨਹੀਂ ਆ ਉਹ ਬੀਜ ਪਾਓ।
ਕੁਰੁੱਤਾ ਰੁੱਤ ਤੋਂ ਅਲੱਗ। ਹਾਂ, ਜਿਹੜਾ ਸਮਾਂ ਕੁਛ ਹੋ ਰਿਹਾ ਤੇ ਬੀਜ ਕੁਛ ਹੋ ਰਹੇ ਆਪਾਂ। ਕੁਰੁੱਤਾ ਬੀਜ ਬੀਜੇ ਨਹੀਂ ਜੰਮੇ, ਜੰਮੂਗਾ ਨਹੀਂ ਮਹਾਰਾਜ ਕਹਿੰਦੇ। ਸਭ ਲਾਹਾ ਮੂਲ ਗਵਾਇਂਦਾ, ਸਾਰਾ ਲਾਹਾ ਤੇ ਮੂਲ ਚਲੇ ਜਾਏਗਾ। ਹੁਣ ਕਲਯੁਗ ਮੈਂ ਕੀਰਤਨ ਪ੍ਰਧਾਨਾ। ਆ ਦੇਖੋ ਹੁਣ ਇੱਥੇ ਜਿਹੜਾ ਹੈਗਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਔਰ ਇਹ ਜਿਹੜਾ ਹੈਗਾ ਇਹ ਕੀਰਤਨ ਪ੍ਰਧਾਨਾ, ਇਹਦੇ ਵਿੱਚ ਆਹ ਚੀਜ਼ ਜਿਹੜੀ ਆ ਨਾ, ਇਹ ਕੀਰਤਨ ਜਿਹੜਾ ਹੈਗਾ ਇਹ ਪ੍ਰਧਾਨ ਚੀਜ਼ ਲਿਖ ਰਿਹਾ ਮਹਾਰਾਜ। ਆਹ ਚੀਜ਼ ਖੁੱਲਣੀ ਚਾਹੀਦੀ ਹੈ। ਕੀਰਤਨ ਜਿਹੜੀ ਹੈਗੀ ਕੀ ਚੀਜ਼ ਹੈਗੀ ਕਲਯੁਗ ਦੇ ਵਿੱਚ। ਇਹ ਫੋਰਮੋਸਟ ਆ ਗਈ ਨਾ ਜੀ, ਫੋਰਮੋਸਟ ਮਤਲਬ ਟਾਪ ਮੋਸਟ ਪ੍ਰਾਇੋਰਟੀ ਜਿਹੜੀ ਹੈ ਉਹ ਕੀਰਤੀ ਹੈਗੀ ਹੈ ਪ੍ਰਭੂ ਦੀ ਕਲਯੁਗ ਦੇ ਅੰਦਰ। ਤੇ ਕਿਉਂਕਿ ਬਾਕੀ ਯੁਗਾਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਯੁਗਾਂ ਦੀ ਵਿਆਖਿਆ ਕੀਤੀ ਸੀ, ਉਹਦੇ ਚ ਵੀ ਆਇਆ ਸੀ ਨਾ ਵੀ ਉੱਥੇ ਮਤਲਬ ਇੱਥੇ ਕਿਉਂਕਿ ਕੂੜ ਰਥਵਾ ਹੈਗਾ ਅੱਗੇ, ਇਸ ਕਰਕੇ ਇੱਥੇ ਕੀਰਤੀ ਤੋਂ ਬਿਨਾਂ ਨਹੀਂ ਨਿਕਲ ਸਕਦੇ ਆ ਵੀਰ ਜੀ। ਇੱਥੇ ਜਿਹੜਾ ਹੈਗਾ ਇਹ ਕੀਰਤੀ ਕੀ ਹੈਗੀ, ਆਪਾਂ ਤਾਂ ਡੀਪ ਤੱਕ ਜਾਵਾਂਗੇ, ਜੜ ਤੱਕ ਜਾਵਾਂਗੇ ਇਹਦੀ। ਬਿਲਕੁਲ ਠੀਕ ਹੈ ਜੀ। ਹਾਂ, ਇਹ ਕੀਰਤੀ ਹੈ ਕੀ ਚੀਜ਼? ਹਾਂਜੀ ਹਾਂਜੀ ਵੀਰ ਜੀ, ਹਾਂਜੀ ਹਾਂਜੀ ਆਪਾਂ ਪਿੱਛੇ ਕਰਕੇ ਆਏ ਆ ਜੀ। ਹਾਂ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਬਣੀਏ। ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਾ ਦੇਵੇ ਮਨ ਆਏ। ਕੀਰਤਨ ਮਤਲਬ ਹੈਗਾ ਸਤਿਗੁਰ ਭੇਟ ਹਰ ਜਸ ਮੁਖ ਬਣੀਏ। ਮਤਲਬ ਸਤਿਗੁਰੂ ਨੂੰ ਭੇਟ ਕੇ ਹਰ ਜਸ ਮੁਖ ਬਣੀਏ। ਮਤਲਬ ਪਹਿਲਾਂ ਅਸੀਂ ਸਤਿਗੁਰੂ ਨੂੰ ਭੇਟਾਂਗੇ, ਸਤਿਗੁਰੂ ਦੀ ਸਾਧ ਸੰਗਤ ਕਰਾਂਗੇ, ਫਿਰ ਜਿਹੜਾ ਮੁੱਖੋਂ ਮਤਲਬ ਅਸੀਂ ਉਹ ਮਤਲਬ ਅਰਾਧਾਂਗੇ ਉਹਨੂੰ ਜਾਂ ਸਾਧਨਾ ਕਰਾਂਗੇ ਜੀ, ਉਹ ਕੀਰਤਨ ਹੈ ਜੀ। ਵੀਰ ਜੀ ਕੀਰਤਨ ਜਿਹੜਾ ਗੁਰਦੁਆਰੇ ਹਰ ਕੀਰਤਨ ਸੁਣੀਏ, ਪਹਿਲਾਂ ਮਤਲਬ ਗੁਰਦੁਆਰੇ ਜਾਵਾਂਗੇ ਜੀ, ਵੀਰ ਜੀ ਉੱਥੇ ਜਾ ਕੇ ਕੀਰਤਨ ਸੁਣਨਾ, ਜਿਹੜਾ ਵੀ ਉਹ ਮਤਲਬ ਪ੍ਰਭੂ ਦਾ ਉਹ ਚੱਲ ਰਿਹਾ ਹਰ ਵਕਤ ਨਾਦ। ਵੀਰ ਜੀ ਆਪਾਂ ਇਹਨੂੰ ਐਕਸਪਲੇਨ ਕਰਾਂਗੇ ਵੀਰ ਜੀ, ਪੂਰਾ ਪਹੁੰਚਾਂਗੇ ਉਸ ਜਗ੍ਹਾ ਤੇ। ਉਸ ਤੋਂ ਬਾਅਦ ਜਿਹੜਾ ਹੈਗਾ ਜੇ ਆਪਾਂ ਨੂੰ ਕੋਈ ਵੀ ਡਾਊਟ ਹੋਊਗਾ ਤੇ ਆਪਾਂ ਜਿਹੜੇ ਹੈਗੇ ਇਸ ਤੋਂ ਹਿੱਲਣਾ ਨਹੀਂ ਹੈਗਾ, ਕਿਉਂਕਿ ਇਹ ਜਿਹੜਾ ਪ੍ਰਧਾਨ ਕੰਮ ਹੈਗਾ। ਠੀਕ ਹੈ ਜੀ। ਹਾਂ, ਪਸਕੜਾ ਮਾਰ ਕੇ ਬੈਠੇ ਆਪਾਂ ਨਹੀਂ ਹਿਲਦੇ ਅੱਜ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖੇ ਜਪੀਏ ਲਾਏ ਧਿਆਨਾ। ਆ ਲਓ ਇੱਥੇ ਜਿਹੜਾ ਹੈਗਾ ਦੱਸਿਆ ਵੀ ਕਿਹੜਾ ਕੀਰਤਨ ਪ੍ਰਧਾਨ ਹੈ। ਇਹਦੇ ਵਿੱਚ ਡੈਫੀਨੇਸ਼ਨ ਦਿੱਤੀ ਹੈ ਮਹਾਰਾਜ ਨੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਕੀਰਤਨ ਜਿਹੜਾ ਹੈਗਾ, ਕੀਰਤੀ ਜਿਹੜੀ ਹੈਗੀ, ਇਹ ਕੀਰਤਨ ਨੂੰ ਜਿਹੜਾ ਸੰਧੀ ਵਿਛੇਦ ਕਰੀਏ ਤੇ ਇਹ ਕੀਰਤੀ ਤਨ ਦੇ ਵਿੱਚ ਜਿਹੜੀ ਕੀਰਤੀ ਹੁੰਦੀ ਹੈ, ਆਪਣੇ ਅੰਦਰ ਵੜਨਾ ਜਿਹੜਾ ਹੈਗਾ, ਅੰਦਰ ਦੀ ਭਗਤੀ ਜਿਹੜੀ ਹੈਗੀ ਆ, ਜਿਹੜੀ ਧਿਆਨ ਸਿਮਰਨ ਸੁਣਨ ਦੇ ਵਿੱਚ ਬੈਠਣਾ, ਉਹਨੂੰ ਕਹਿੰਦੇ ਆ ਕੀਰਤਨ। ਜਿੱਥੇ ਮਨ ਲੱਗ ਜਾਏ, ਸੁਰਤ ਜਿਹੜੀ ਹੈਗੀ ਆ, ਸੁਰਤ ਜਿਹੜੀ ਹੈਗੀ ਮਨ ਦੇ ਕੰਟਰੋਲ ਚੋਂ, ਮਨ ਤੋਂ ਕੰਟਰੋਲ ਲੈ ਲਿਆ, ਸੁਰਤ ਖੋਲੀ ਮਨ ਤੋਂ, ਸੁਰਤ ਵਿੱਚੇ ਹੀ ਮਨ ਦੇ ਵਿੱਚ ਵਾੜ ਦਿੱਤੀ, ਚੇਤਨਤਾ ਮਨ ਦੇ ਵਿੱਚ ਵਾੜ ਦਿੱਤੀ। ਆਇਆ ਭਗਤੀ, ਇਹਨੂੰ ਕਹਿ ਰਿਹਾ ਕੀਰਤਨ। ਭਗਤੀ ਨੂੰ ਹੀ ਕੀਰਤਨ ਕਹਿ ਰਹੀ ਹੈ ਬਾਣੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਜੇ ਕਹੀਏ ਇਹਨੂੰ ਜਿਹੜਾ ਹੈਗਾ ਆ ਬਾਜੇ ਜੋੜੀ ਗਏ ਇਹ ਕੀਰਤਨ ਇਸ ਦੇ ਵਾਸਤੇ ਹੈਗਾ, ਤੇ ਫਿਰ ਤਾਂ ਭਾਈ ਹਰੇਕ ਜਿੰਨੇ ਵੀ ਆ ਬਾਣੀ ਨੂੰ ਸੁਣਨ ਵਾਲੇ ਆ ਸਾਰਿਆਂ ਨੂੰ ਜਿਹੜਾ ਹੈਗਾ ਤਬਲਾ ਬਾਜਾ ਜਾਂ ਜੋ ਵੀ ਹੈਗਾ ਉਹ ਗਾਉਣਾ ਵਜਾਉਣਾ ਸਿੱਖਣਾ ਚਾਹੀਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖੇ ਜਪੀਏ ਲਾਏ ਧਿਆਨਾ। ਆ ਹੈਗਾ ਕੀਰਤਨ। ਕੀਰਤਨ ਤਾਂ ਬਣੂਗਾ ਜੇ ਧਿਆਨ ਲੱਗ ਜਾਏਗਾ ਆਪਣਾ, ਤੇ ਕੀਰਤਨ ਬਣ ਜਾਏਗਾ। ਕਹਿੰਦੇ ਗੁਰੂ ਦੇ ਰਾਹੀਂ ਧਿਆਨ ਲਾਉਣ ਦੀ ਕੋਸ਼ਿਸ਼ ਕਰ, ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰ। ਜਦ ਧਿਆਨ ਲੱਗ ਗਿਆ, ਜਦ ਤੇਰਾ ਜਿਹੜਾ ਹੈਗਾ ਤੇਰਾ ਮਨ ਇਹਦੇ ਵਿੱਚ ਖੁੱਭ ਗਿਆ, ਵਿਚਾਰ ਬੰਦ ਹੋ ਗਏ, ਤੇ ਬਸ ਕੀਰਤਨ ਬਣ ਜਾਏਗਾ ਭਾਈ। ਇਹੀ ਕੀਰਤਨ ਹੈ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਹੁਆ ਜੋ ਕਾਮ ਤੇਰੇ। ਉਹਦੇ ਵਿੱਚ ਆਉਂਦਾ ਜਾਸ ਜਪਤ ਹਉਮੈ ਪਾਗੇ, ਜਾਸ ਜਪਤ ਵਸਿਆਮੈ ਪੰਚਾ, ਜਾਸ ਜਪਤ ਰਿਧਿ ਅੰਮ੍ਰਿਤ ਸੰਚਾ। ਉਹ ਸਾਰਾ ਦਾ ਸਾਰਾ ਜਪਣ ਵਾਲਾ ਧਿਆਨ ਸਿਮਰਨ ਭਗਤੀ, ਆ ਕੀਰਤਨ ਪ੍ਰਧਾਨ ਆ ਕਲਯੁਗ ਦੇ ਵਿੱਚ। ਆ ਗੱਲ ਜਿਹੜੀ ਹੈਗੀ ਜੇ ਜਿਹਨੇ ਬੁੱਝ ਲਈ ਤੇ ਸਮਝ ਲਓ ਭਾਈ ਕੁਛ ਨਾ ਕੁਛ ਪ੍ਰਾਪਤ ਕਰ ਲਿਆ। ਆਪ ਤਰੈ
तर जाएगा आप। ध्यान की गल कर रहे हैं, भगती ध्यान की गल कर रहे हैं भाई। सुन गुफा में आसन बैसन आया कीर्तन। कलयुग में कीर्तन प्रधाना, गुरमुखे जपिए लाए ध्याना। गुरु दे राही भाई जपिए, ਆਪਾਂ ਨੂੰ महाराज एडवाइस दे रहे हैं बई ध्यान लगन तक जप, ध्यान लगन तक कर। एकदम ਜਿਹੜਾ ਸੋਚੀਏ ਵੀ ਮੈਨੂੰ ਤਾਂ ਕੁਛ ਹੋਰ, ਮੇਰੇ ਤਾਂ ਵਿਚਾਰ ਨਹੀਂ ਬੰਦ ਹੋ ਰਹੇ ਜੀ, ਮੇਰਾ ਤਾਂ ਮਨ ਜਿਹੜਾ ਖੜ ਨਹੀਂ ਰਿਹਾ ਜੀ, ਉਹ ਖੜੂਗਾ ਕਿਵੇਂ? ਹਾਲੇ ਤੂੰ ਸ਼ੁਰੂ ਤਾਂ ਕੀਤਾ ਹੀ ਹੈ। ਜੇ ਮਨ ਹੀ ਖੜ ਗਿਆ ਤੇ ਫਿਰ ਤਾਂ ਤੇਰਾ ਟਾਰਗੇਟ ਅਚੀਵ ਹੋ ਗਿਆ। ਮਨ ਨੂੰ ਖੜਾਉਣ ਵਾਸਤੇ ਤਾਂ ਸਾਰਾ ਉਪਰਾਲਾ ਹੀ ਹੈਗਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖੇ ਜਪੀਏ ਲਾਏ ਧਿਆਨਾ। ਆਪ ਧਰੈ ਸਗਲੇ ਕੁਲ ਧਾਰੇ, ਹਰ ਦਰਗਹਿ ਪਤ ਸਿਉ ਜਾਇਂਦਾ। ਆ ਅੱਗੇ ਰਿਜ਼ਲਟ ਹੈਗੇ ਸਾਰਾ। ਉਹ ਭਗਤੀ ਦਾ, ਉਹ ਧਿਆਨ ਸਿਮਰਨ ਦਾ। ਸਾਰੀ ਦੀ ਸਾਰੀ ਬਾਣੀ ਜਿਹੜੀ ਹੈਗੀ ਆ ਸਿਰਫ ਜਿਹੜਾ ਹੈਗਾ ਅੰਦਰ ਵੜਨ ਨੂੰ, ਵਿਚਾਰ ਬੰਦ ਕਰਨ ਨੂੰ ਕਹਿ ਰਹੀ ਹੈ। ਵਿਚਾਰ ਮਾਰੈ ਤਰੈ ਧਾਰੈ, ਉਲਟ ਜੋਨ ਨਾ ਆਵੈ। ਆਹ ਕੀਰਤਨ ਹੈਗਾ। ਹੁਣ ਜਿਹਨੇ ਬੋਲਣਾ ਹੈ ਭਾਈ, ਜਿਹਨੇ ਕੁਛ ਡਾਊਟ ਹੈਗਾ ਤੇ ਹੁਣ ਦੱਸ ਸਕਦੇ ਬਈ ਇਹਦੇ ਵਿੱਚ ਜੇ ਕੋਈ ਆਪਾਂ ਇਹਦੇ ਵਿੱਚ ਕੋਈ ਬੜੋਤਰੀ ਕਰ ਸਕਦਾ ਹੈ ਕੋਈ, ਤੇ ਕਰੀਏ। ਵਾਹਿਗੁਰੂ ਜੀ। ਹਾਂਜੀ ਹਾਂਜੀ ਕਲਯੁਗ में कीर्तन प्रधाना ਦੇ ਵਿੱਚ ਤੁਸੀਂ ਸਮਝਾਇਆ ਹੈਗਾ ਕਿ ਆਪਾਂ ਜਪਣਾ ਗੁਰਮੁਖ ਹੈ। ਗੁਰਮੁਖ ਸਾਨੂੰ ਬਣਨਾ ਪਊਗਾ ਜੀ। ਗੁਰਮੁਖ ਤੋਂ ਭਾਵ ਕਿ ਅਸੀਂ ਨਾਲ ਜੋ ਸੁਣਾਂਗੇ ਫਿਰ ਗੁਰਮੁਖ ਬਣਾਂਗੇ। ਗੁਰਮੁਖ ਜੇ ਤੁਸੀਂ ਜਿਹੜਾ ਹੈਗਾ ਨਾ ਦੇਖੋ ਸ਼ਬਦ ਨਹੀਂ ਸੁਣਦੇ, ਉਹ ਕੀਰਤਨ ਜਿਹੜਾ ਤੁਸੀਂ ਵੀਰ ਜੀ ਤੁਸੀਂ ਬਹੁਤ ਅੱਗੇ ਨਿਕਲ ਜਾਂਦੇ ਹੋ ਵੀਰ ਜੀ। ਕੀਰਤਨ ਹੀ ਹੋਏਗਾ। ਇਹ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਕੋਈ ਕਰਨੀ ਹੀ ਪਏਗੀ। ਇਹ ਬਿਲਕੁਲ ਕਲੀਅਰ ਹੋ ਗਿਆ ਜੀ ਕਿ ਜਿਹੜਾ ਗੁਰਮੁਖ ਹੈਗਾ ਆ, ਗੁਰਮੁਖ ਪੜ੍ਹਨਾ ਹੀ ਤਾਂ ਆ ਜੇਕਰ ਉਹ ਗੁਰਮੁਖ ਨਾਮ ਗੁਰਮੁਖ ਵੇਦਨ ਗੁਰਮੁਖ ਲਿਆ ਸਮਾਈ ਜੋ ਨਾਮ ਦੇ ਵਿੱਚ ਸਮਾ ਜੂਗਾ ਤਾਂ ਫੇਰ ਹੀ ਉਹਦਾ ਜਿਹੜਾ ਹੋਏਗਾ ਉਹਦਾ ਜਿਹੜਾ ਆਪ ਵੀ ਤਰੂਗਾ। ਆਪਣੇ ਜਿਹੜੇ ਗੁਰ ਧਾਰੇ ਜਿਹੜਾ ਉਹ ਤਾਈਓ ਧਰਨਗੇ। ਜੇਕਰ ਆਪ ਤਰਨਾ ਕਿੱਦਾਂ ਆ, ਉਹ ਵੀ ਆ ਕੇ ਵਿਚਾਰ ਮਾਰੇ ਜਦੋਂ ਅਸੀਂ ਕੀਰਤਨ ਸੁਣਨ ਲੱਗ ਪਏ ਸਾਨੂੰ ਵਿਚਾਰ ਨਹੀਂ ਆਉਣਗੇ। ਤਾਂ ਇਹ ਚੀਜ਼ ਹੈਗਾ ਜੀ। ਸਹੀ ਤੁਸੀਂ ਵੀ ਦੱਸਿਆ ਹੈਗਾ ਜੀ ਕਿ ਇਹ ਜਿਹੜਾ ਹੈਗਾ ਨਾ ਕਿ ਸਾਨੂੰ ਗੁਰਮੁਖ ਬਣਨਾ ਪਏਗਾ। ਵੀਰ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਬਹੁਤ ਡਿਸਟਰਬ ਆ ਰਹੀ ਹੈ ਜੀ। ਸਾਨੂੰ ਅੰਦਰੋਂ ਸੁਣਨੇ ਹੀ ਪੈਣੇ, ਇਹਦਾ ਪ੍ਰੈਕਟੀਕਲ ਕਰਨਾ ਹੀ ਪੈਣਾ। ਮਿਹਰਬਾਨੀ ਜੀ ਤੁਹਾਡੀ। ਵਾਹਿਗੁਰੂ। ਤੁਸੀਂ ਸੁਣਦੇ ਹੀ ਨਹੀਂ ਕਿਸੇ ਦੀ ਗੱਲ। ਤੁਹਾਡੀ ਇੱਕ ਤਾਂ ਇੰਨਾ ਸ਼ੋਰ ਹੁੰਦਾ ਹੈ, ਤੁਹਾਡੀ ਆਵਾਜ਼ ਤੁਸੀਂ ਇੱਕ ਵਾਰੀ ਸ਼ੁਰੂ ਹੋ ਜਾਂਦੇ ਹੋ, ਦੁਬਾਰਾ ਵਿੱਚ ਜਿਹੜਾ ਹੈ ਕਿਸੇ ਦਾ ਕੋਈ ਉਹਨੂੰ ਕੋਈ ਗੱਲ ਨੂੰ ਸੁਣਦੇ ਹੀ ਨਹੀਂ। ਤੁਸੀਂ ਇੱਕ ਵਾਰੀ ਸ਼ੁਰੂ ਹੋ ਗਏ ਬਸ ਫਟਾਫਟ ਜੋ ਹੈ ਤੁਸੀਂ ਆਪਣੀ ਗੱਲ ਕਰ ਦੇਣੀ ਹੈ, ਦੂਸਰੇ ਦੀ ਕੋਈ ਗੱਲ ਸੁਣਨੀ ਨਹੀਂ ਹੈ। ਨਹੀਂ ਪਲੀਜ਼ ਇਹ ਜਿਹੜਾ ਨਾ ਹਾਂ ਤੁਸੀਂ ਇਮੀਡੀਏਟਲੀ ਜਿਹੜਾ ਨਾ ਕੋਈ ਗੱਲ ਬੋਲ ਕੇ ਨਾ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਕੋਈ ਬੋਲ ਰਿਹਾ ਤੇ ਉਹਦੀ ਵੀ ਗੱਲ ਆਪਾਂ ਸੁਣ ਲਈਏ ਤੇ ਫਿਰ ਜਿਹੜੀ ਹੈਗੀ ਹਾਂ ਡਿਸਟਰਬੈਂਸ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਤੁਹਾਡੇ ਜਿੱਥੇ ਤੁਸੀਂ ਬੈਠੇ ਹੋ ਉੱਥੇ ਜਿਹੜੀ ਹੈ ਡਿਸਟਰਬੈਂਸ ਵੀ ਬਹੁਤ ਹੈਗੀ ਤੇ ਤਾਂ ਵੀ ਜਿਹੜਾ ਹੈਗਾ ਉਹ ਤੁਹਾਨੂੰ ਸਾਡੀ ਆਵਾਜ਼ ਜਾਂਦੀ ਨਹੀਂ ਤੁਹਾਡੇ ਕੋਲ। ਤੇ ਇਹ ਜਿਹੜਾ ਨਾ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਹੈਗੀ ਆ ਉਹ ਜਿਹੜਾ ਹੈਗਾ ਉਹ ਧਿਆਨ ਲੱਗਣਾ ਜਿਹੜਾ ਉਹ ਸਾਰਾ ਜਿਹੜਾ ਹੈਗਾ ਉਹ ਆਟੋਮੈਟਿਕਲੀ ਜ਼ਿਆਦਾ ਆਪਾਂ ਇਸ ਪਾਸੇ ਜਪਣ ਦੇ ਪਾਸੇ ਜਾਂ ਇਹ ਵਿਚਾਰ ਬੰਦ ਕਰਨ ਦੇ ਪਾਸੇ ਲੱਗ ਗਏ ਆਪਾਂ ਤੇ ਅਲਟੀਮੇਟਲੀ ਉਹ ਚੀਜ਼ ਅਚੀਵ ਹੋ ਜਾਣੀ ਹੈ ਜੇ ਆਪਾਂ ਇਹ ਕੰਮ ਨੂੰ ਕਰਦੇ ਰਹਾਂਗੇ ਤਾਂ ਆਟੋਮੈਟਿਕਲੀ ਜਿਹੜਾ ਹੈਗਾ ਇਹ ਪ੍ਰੋਗਰੈਸ ਆਈ ਜਾਣੀ ਆ। ਮਾਲਕ ਨੇ ਇਸੇ ਵਾਸਤੇ ਤਾਂ ਜਿਹੜੀ ਹੈ ਸ੍ਰਿਸ਼ਟੀ ਇਹ ਦੁਨੀਆ ਬਣਾਈ ਹੋਈ ਆ। ਆਹੀ ਮਾਲਕ ਨੇ ਆਹੀ ਬੀਜ ਬੀਜਣ ਵਾਸਤੇ ਤਾਂ ਇਹ ਰੁੱਤ ਹੈਗੀ ਮਨੁੱਖਾ ਜੂਨ ਆਪਣੇ ਹੱਥ ਦੇ ਵਿੱਚ ਆਈ ਹੋਈ ਹੈ। ਆਹੀ ਤਾਂ ਬੀਜ ਬੀਜਣਾ ਹੈ ਆਪਾਂ ਨੇ। ਤਾਂ ਜਿਹੜਾ ਹੈਗਾ ਪਹਿਲਾਂ ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਨੇ ਆਪਣੇ ਔਗੁਣ ਦੂਰ ਕਰਨੇ ਆ। ਪਹਿਲਾਂ ਆਪਣਾ ਜਿਹੜਾ ਹੈਗਾ ਆਪਣਾ ਭਾਰ ਜਿਹੜਾ ਹੌਲਾ ਕਰਨਾ ਹੈ ਆਪਾਂ ਨੇ। ਆਪਣਾ ਕਾਰਨਸ਼ੀਲ ਜਿਹੜਾ ਹੈਗਾ ਆਪਣਾ ਘੜਨਾ ਹੈ ਮਨ ਨੂੰ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਇਹ ਆਪਣੇ। ਔਰ ਉਸ ਤੋਂ ਬਾਅਦ ਆਪ ਤਰੈ ਸਗਲੇ ਕੁਲ ਧਾਰੇ ਹਰ ਦਰਗਹਿ ਪਤ ਸਿਉ ਜਾਇਂਦਾ। ਇਸ ਤਰੀਕੇ ਦੇ ਨਾਲ ਪਰਮਾਤਮਾ ਦੀ ਦਰਗਾਹ 'ਚ ਉਹ ਜਿਹੜਾ ਹੈਗਾ ਉਹ ਖਰਾ ਸਿੱਕਾ ਜਿਹੜਾ ਹੈਗਾ ਉਹ ਐਕਸੈਪਟ ਹੋ ਜਾਂਦਾ ਹੈ। ਹਾਂਜੀ ਗੁਰਸ਼ਰਨ ਸਿੰਘ ਜੀ ਤੁਸੀਂ ਕੁਝ ਕਹਿ ਰਹੇ ਸੀ।
ਚੀਜ਼ ਹੈਗੀ ਆ। ਹਾਂਜੀ ਮੈਂ ਦੱਸਦਾ ਤੁਹਾਨੂੰ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪੜੀਏ। ਹਾਂ ਮਤਲਬ ਕੀਰਤਨ ਪਹਿਲੀ ਸਟੇਜ ਨਹੀਂ ਹੈਗੀ, ਇਹ ਸਤਿਗੁਰ ਨੂੰ ਭੇਟਣਾ ਪਊਗਾ ਪਹਿਲਾਂ। ਸਤਿਗੁਰ ਭੇਟਣ ਤੋਂ ਬਾਅਦ ਜੋ ਸਾਡੀ ਹਾਲਤ ਹੋਊਗੀ ਜੀ, ਉਦੋਂ ਭਗਤੀ ਉਹ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਜੀ। ਕੀਰਤਨ ਉਹ ਤੋਂ ਬਾਅਦ ਹੀ ਸ਼ੁਰੂ ਹੁੰਦਾ ਗਾ। ਬਿਲਕੁਲ ਹਰੀ ਦਾ ਕੀਰਤਨ ਮਤਲਬ ਮੈਲੇ ਮਨ ਨਾਲ ਹਰੀ ਦਾ ਕੀਰਤਨ, ਹਰੀ ਦੀ ਕੀਰਤੀ ਜੀ। ਕੀਰਤ ਮੀਨਸ ਜਸ ਗਾਉਣਾ ਹੀ ਹੋ ਗਿਆ ਜੀ। ਬਿਲਕੁਲ। ਤੇ ਜਦੋਂ ਸਾਡਾ ਮਨ ਸਾਫ਼ ਹੋ ਜਾਊ ਜੀ, ਸਤਿਗੁਰ ਨੂੰ ਭੇਟ ਦਿਆਂਗੇ, ਨਿਰਮਲ ਮਨ ਹੋ ਗਿਆ, ਫੇਰ ਹੀ ਅਸੀਂ ਪ੍ਰਭੂ ਦਾ ਜਸ ਕਰ ਸਕਦੇ ਹਾਂ, ਪ੍ਰਭੂ ਦੀ ਕੀਰਤੀ ਕਰ ਸਕਦੇ ਹਾਂ ਜੀ। ਫਿਰ ਵੀਰ ਜੀ ਜੇ ਮਨ ਹੀ ਨਿਰਮਲ ਹੋ ਗਿਆ ਤੇ ਕੀਰਤੀ ਕਰਨ ਦੀ ਲੋੜ ਕੀ ਹੈਗੀ ਫਿਰ? ਨਹੀਂ ਫਿਰ ਪਰਮਾਤਮਾ ਨੂੰ ਮਿਲਣਾ ਜੀ। ਪਰਮਾਤਮਾ ਤਾਂ ਮਨ ਨਿਰਮਲ ਹੋ ਗਿਆ ਤੇ ਫਿਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਮਨ ਨਿਰਮਲ ਹੋ ਗਿਆ, ਪਰ ਉਹਦੇ ਵਿੱਚ ਜੋ ਕਿਲਵਿਖ ਹੁੰਦੇ ਆ ਨਾ ਜੀ, ਉਹ ਇੱਕਦਮ ਨਹੀਂ ਨਾ ਦੂਰ ਹੁੰਦੇ ਜੀ। ਨਹੀਂ ਇਹ ਜਿਹੜੀ ਕਿਲਵਿਖਾਂ ਜਿਹੜੇ ਇੱਕਦਮ ਨਹੀਂ ਦੂਰ ਹੁੰਦੇ ਜੀ, ਹੌਲੀ ਹੌਲੀ ਦੂਰ ਹੁੰਦੇ ਆ। ਨਹੀਂ ਇਹ ਹਾਂਜੀ ਹਾਂਜੀ ਤਿਲੋਕ ਜੀ, ਪਰਮਾਤਮਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ। ਜਦੋਂ ਉਹਨੇ ਆਪਣਾ ਮੂਲ ਪਛਾਣ ਲਿਆ, ਫਿਰ ਬਾਕੀ ਰਹਿ ਕੀ ਗਿਆ? ਹਾਂ ਬਾਕੀ ਰਹਿ ਕੀ ਗਿਆ ਬਸ। ਫਿਰ ਜੇ ਪਵਿੱਤਰ ਹੋ ਗਏ, ਮਤਲਬ ਦੱਸ ਦੇ ਫਿਰ ਸਤਿਗੁਰ ਭੇਟ ਹਰ ਜਸ ਮੁਖ ਬਣੇ। ਸਤਿਗੁਰ ਨੂੰ ਭੇਟ ਲਿਆ, ਸਤਿਗੁਰ ਨੂੰ ਮਿਲ ਗਿਆ, ਬਾਕੀ ਕੀ ਰਹਿ ਗਿਆ? ਹਾਂ ਬਾਕੀ ਪ੍ਰਮਾਤਮਾ ਰਹਿ ਗਿਆ। ਬਾਕੀ ਪ੍ਰਮਾਤਮਾ ਰਹਿ ਗਿਆ ਬੰਦਾ। ਸਤਿਗੁਰੂ ਨੇ ਪ੍ਰਮਾਤਮਾ ਨੂੰ ਮਿਲਾਉਣਾ ਹੈਗਾ। ਜੋ ਸਤਿਗੁਰੂ ਦਾ ਉਪਦੇਸ਼ ਹੈਗਾ, ਉਹ ਜਿਹੜਾ ਜਸ ਹੈਗਾ, ਜਿਹੜਾ ਸਾਨੂੰ ਨਾਮ ਅੰਦਰੋਂ ਮਿਲਿਆਗਾ, ਉਸ ਨੂੰ ਨਾਮ ਨੂੰ ਜਪਣਾ ਅਸੀਂ। ਵੀਰ ਜੀ ਆਪਾਂ ਸਤਿਗੁਰੂ ਪਰਮਾਤਮਾ ਮਿਲੂਗਾ। ਸਤਿਗੁਰੂ ਜਿਹੜੇ ਹੈਗੇ ਆ ਇਸ ਗੱਲ ਹੀ ਮੈਂ ਵੀ ਕਹਿੰਦਾ ਸੀਗਾ ਜੀ ਕਿ ਜਿਹੜੀ ਹੁਣ ਤੁਸੀਂ ਆਖਿਆ ਕਿ ਜਿਹੜਾ ਸਾਡੇ ਅੰਦਰੋਂ ਆਨੰਦ ਸ਼ਬਦ ਸੁਣ ਲਿਆ, ਉਸ ਨੂੰ ਸੁਣਨਾ, ਉਹ ਜਪਣਾ ਹੈ। ਇੱਥੇ ਹੀ ਆਪਾਂ ਇਹ ਕੀਰਤਨ ਆ, ਇਹਨੂੰ ਆਪਾਂ ਕਰਨਾ ਪੈਣਾ, ਗੁਰਮੁਖ ਬਣਨਾ ਪੈਣਾ। ਉਹਦੇ ਵਾਸਤੇ ਬਾਕੀ ਜਿਹੜੀਆਂ ਪਹਿਲੀਆਂ ਕੰਡੀਸ਼ਨਾਂ ਉਹ ਸਾਰੀਆਂ ਪੂਰੀਆਂ ਕਰਨੀਆਂ ਪੈਣਗੀਆਂ, ਜਿਵੇਂ ਤੁਸੀਂ ਦੱਸਿਆ ਜੀ। ਮਿਹਰਬਾਨੀ। ਪਹਿਲਾਂ ਅੰਦਰ, ਮਤਲਬ ਪਹਿਲਾਂ ਅੰਦਰ ਜਾਵਾਂਗੇ ਨਾ, ਫਿਰ ਅੰਦਰਲਾ ਕੀਰਤਨ ਆ ਇਹ। ਬਿਲਕੁਲ ਕੀਰਤਨ ਹੈਗਾ ਵੀਰ ਜੀ, ਪਰ ਸਟਾਰਟਿੰਗ ਜਿਹੜਾ ਕਰਨਾ ਇਸੇ ਤਰੀਕੇ ਦੇ ਨਾਲ ਪਊਗਾ। ਤੁਹਾਨੂੰ ਧਿਆਨ ਲਾਉਣਾ ਪਊਗਾ, ਇਹ ਵਿਚਾਰ ਬੰਦ ਕਰਨੇ ਪੈਣੇ ਆ। ਇਸੇ ਦੇ ਨਾਲ ਜਿਹੜਾ ਹੈਗਾ ਆਪਣੇ ਆਪ ਇਹਨੇ ਅੰਦਰ ਜਦ ਮਨ ਲੱਗ ਗਿਆ ਤੁਹਾਡਾ ਤੇ ਕੀਰਤਨ ਬਣ ਜਾਣਾ ਇਹਨੇ। ਬਸ ਇਹੀ ਇਹਨੂੰ ਕਹਿ ਰਹੀ ਹੈ ਵੀਰ ਜੀ। ਵਿਚਾਰ ਕਰੇ ਤੋਂ ਬਾਅਦ ਹੀ ਮਤਲਬ ਸਤਿਗੁਰੂ ਨਾਲ ਸਾਡੀ ਭੇਂਟ ਹੋਊਗੀ ਨਾ। ਸਤਿਗੁਰੂ ਨੂੰ ਤਾਂ ਭੇਟੇ ਹੋਏ ਆ ਵੀਰ ਜੀ। ਸਤਿਗੁਰੂ ਤੋਂ ਤਾਂ ਗਿਆਨ ਆ ਰਿਹਾ ਆਪਣੇ ਕੋਲ। ਆ ਗਿਆਨ ਸਤਿਗੁਰੂ ਦਾ ਹੀ ਗਿਆਨ ਹੈਗਾ ਵੀਰ ਜੀ। ਸਤਿਗੁਰੂ ਨੂੰ ਤਾਂ ਭੇਟੇ ਹੋਏ ਆ ਆਪਾਂ, ਹੋਰ ਸਤਿਗੁਰੂ ਨੂੰ ਕਿੱਥੇ ਭੇਟਣਾ ਹੈ ਵੀਰ ਜੀ? ਆ ਸਤਿਗੁਰੂ ਦੀ ਮੱਤ ਆਪਣੇ ਕੋਲ ਹੈਗੀ, ਇਹਦੇ ਨਾਲ ਜਿਹੜੇ ਹੈਗੇ ਆਪਾਂ ਨੇ ਭਗਤੀ ਕਰ ਰਹੇ। ਨਹੀਂ ਵੀਰ ਜੀ, ਉਹਨਾਂ ਨੇ ਬਲੂਪ੍ਰਿੰਟ ਦੇ ਰੱਖਿਆ ਸਾਨੂੰ। ਹਾਂ ਅਸੀਂ ਹੀ ਨਹੀਂ ਉਹਨੂੰ ਪਛਾਣ ਪਾ ਰਹੇ। ਅਸੀਂ ਉਹ ਸੁਣਨ ਦੇ ਵਿੱਚ ਜਾਣ ਵਾਸਤੇ ਸੁਣਨ ਹੀ ਹੋਣਾ ਪਏਗਾ। ਪਹਿਲਾਂ ਆਪਣੇ ਆਪ ਨੂੰ ਅਸੀਂ ਜ਼ੀਰੋ ਕਰੀਏ, ਆਪਣੇ ਆਪ ਨੂੰ ਵਿੱਚੋਂ ਬਾਹਰ ਕੱਢੀਏ। ਦੇਖੋ ਤੁਸੀਂ ਕਿਰਪਾ ਹੁੰਦੀ, ਤੁਸੀਂ ਨਿਰਵਿਚਾਰ ਹੋ ਕੇ ਤਾਂ ਦੇਖੋ, ਕਰਕੇ ਤਾਂ ਦੇਖੋ, ਬੈਠੋ ਤਾਂ ਸਹੀ, ਆਪਣੇ ਆਪ ਨੂੰ ਬਾਹਰ ਕੱਢੋ। ਸਤਿਗੁਰੂ ਭੇਟਣਾ ਜਾਂ ਸਾਧ ਸੰਗਤਾਂ ਕੋਈ ਲੱਖਾਂ ਕਰੋੜਾਂ ਚੋਂ ਇੱਕ ਹੀ ਹੁੰਦਾ ਜੀ। ਕੋਈ ਨਹੀਂ ਵੀਰ ਜੀ, ਸਾਰੇ ਹੀ ਆਪਾਂ ਉਸ ਦੇ ਪਾਤਰ ਬਣ ਸਕਦੇ ਹਾਂ। ਮਾਲਕ ਦਾ ਚਲੋ ਅੱਗੇ ਚੱਲੋ ਜੀ, ਅੱਗੇ ਨਹੀਂ ਹੈ ਜੀ। ਹਾਂਜੀ ਅੱਗੇ ਚੱਲੋ। ਚਲੋ ਜਿੱਥੇ ਆਪਣੇ ਵਿਚਾਰ ਰਲਣਾ ਉੱਥੇ ਫਿਰ ਅੱਗੇ ਚਲੋ। ਵਿਚਾਰ ਆਪਣੇ ਰਲੇ ਹੀ ਹੋਏ ਜੀ। ਨਹੀਂ ਉਹੀ ਗੱਲ ਆ, ਹੋਰ ਤਾਂ ਕੁਛ ਨਹੀਂ ਆ ਵੀਰ ਜੀ। ਇੱਕੋ ਹੀ ਗੱਲ ਆ ਜੀ, ਜੋ ਤੁਸੀਂ ਦੱਸ ਰਹੇ ਹੋ ਇੱਕੋ ਹੀ ਗੱਲ ਹੈਗੀ ਆ। ਖੰਡ ਪਤਾਲ ਦੀਪ ਸਭ ਲੋਆ, ਸਭ ਕਾਲ ਵਸ ਆਪ ਪ੍ਰਭ ਕੀਆ। ਕਹਿੰਦੇ ਜਿੰਨਾ ਵੀ ਦੇਖ ਲਓ, ਜਿੰਨੇ ਵੀ ਖੰਡ, ਇਹ ਧਰਤੀ ਦੇ ਖੰਡ ਹੈ, ਪਤਾਲ ਹੈਗੇ, ਹੋਰ ਜਿੰਨੇ ਵੀ ਪਲੈਨਟਸ ਵਗੈਰਾ ਹੈਗੇ, ਜਿੱਥੇ ਵੀ ਲੋਕ ਹੈਗੇ ਆ, ਜਿੱਥੇ ਵੀ ਜੀਵ ਹੈਗੇ ਆ, ਉਹ ਸਾਰੇ ਦੇ ਸਾਰੇ ਸਭ ਕਾਲ ਹੈ ਵਸ ਆਪ ਪ੍ਰਭ ਕੀਆ। ਉਹ ਕਾਲ ਦੇ ਵਸ ਦੇ ਵਿੱਚ ਮਾਲਕ ਪਰਮਾਤਮਾ ਨੇ ਕੀਤਾ ਹੋਇਆ ਸਾਰਿਆਂ ਨੂੰ। ਸਾਰੇ ਜਿਹੜੇ ਹੈਗੇ ਸਮੇਂ ਬਾਉਂਡ ਹੈਗੇ ਆ, ਸਾਰੇ ਜਿਹੜੇ ਹੈਗੇ ਸਮੇਂ ਬਾਉਂਡ ਹੈ। ਨਿਸ਼ਚਲ ਏਕ ਆਪ ਅਬਿਨਾਸੀ, ਸੋ ਨਿਸ਼ਚਲ ਜੋ ਤਿਸੈ ਧਿਆਇਂਦਾ। ਇੱਕ ਨਿਸ਼ਚਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆਪ ਨਿਸ਼ਚਲ ਹੈਗਾ, ਉਹ ਸਮੇਂ ਤੋਂ ਪਰੇ ਹੈਗਾ, ਔਰ ਅਬਿਨਾਸੀ ਹੈਗਾ, ਉਹ ਹਮੇਸ਼ਾ ਰਹਿਣ ਵਾਲਾ ਆ। ਬਾਕੀ ਸਾਰਿਆਂ ਦਾ ਜਿਹੜਾ ਹੈਗਾ ਇਹ ਸਰੀਰ ਜਿਹੜਾ ਹੈਗਾ ਉਹ ਸਮੇਂ ਦੀ ਬਾਉਂਡਰੀ ਦੇ ਵਿੱਚ ਹੈਗਾ।
ਤੇ ਮਾਲਕ ਪਰਮਾਤਮਾ ਅਬਿਨਾਸੀ ਹੈ, ਨੇਚਲ ਹੈਗਾ, ਔਰ ਉਹ ਵੀ ਨੇਚਲ ਹੋ ਜਾਏਗਾ ਜਿਹੜਾ ਕਿ ਇਹ ਕੀਰਤਨ ਕਰਦਾ ਹੈ। ਸੋ ਨੇਚਲ ਜੋ ਤਿਸੈ ਧਿਆਇਂਦਾ, ਜਿਹੜਾ ਉਹਦੇ ਧਿਆਨ ਦੇ ਵਿੱਚ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਕਹਿੰਦੇ ਪਰਮਾਤਮਾ ਦਾ ਸੇਵਕ ਕਿਹੋ ਜਿਹਾ ਹੈ? ਪਰਮਾਤਮਾ ਵਰਗਾ ਹੈ। ਹੁਣ ਪਰਮਾਤਮਾ ਤਾਂ ਜਿਹੜਾ ਹੈਗਾ ਉਹ ਸਾਰੇ ਪਲੈਨਟਸ, ਗਲੈਕਸੀਆਂ, ਧਰਤੀ ਸਾਰਾ ਬਣਾ ਦਿੰਦਾ ਹੈ, ਤੇ ਹਰ ਕਾ ਸੇਵਕ ਵੀ ਬਣਾ ਦੇਗਾ। ਕੀ ਭੇਦ ਕੀ ਹੈਗਾ ਇਹਦੇ ਵਿੱਚ? ਭੇਦ ਹੈਗਾ ਵੀ ਪਰਮਾਤਮਾ ਜਿਹੜਾ ਹੈਗਾ ਸਤ, ਸੰਤੋਖ, ਦਇਆ, ਧਰਮ, ਧੀਰਜ, ਆਹ ਗੁਣ ਹੈਗੇ ਪਰਮਾਤਮਾ ਦੇ ਵਿੱਚ, ਔਰ ਪਰਮਾਤਮਾ ਦਾ ਸੇਵਕ ਜਿਹੜਾ ਹੈਗਾ ਉਹਦੇ ਵਿੱਚ ਵੀ ਇਹ ਗੁਣ ਹੁੰਦੇ ਆ। ਪਰਮਾਤਮਾ 'ਚ ਕਾਮ, ਕ੍ਰੋਧ, ਲੋਭ, ਮੋਹੰਕਾਰ ਨਹੀਂ ਹੈ, ਔਰ ਉਹਦਾ ਸੇਵਕ ਵੀ ਇਹਨਾਂ ਨੂੰ ਆਪਣੇ ਵੱਸ 'ਚ ਕਰ ਲੈਂਦਾ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਕਹਿੰਦੇ ਭੇਦ ਇਹ ਮਨੁੱਖ ਜੂਨ ਹੈਗੀ, ਮਨੁੱਖ ਦਾ ਸਰੀਰ ਹੈਗਾ ਉਹਦੇ ਕੋਲ, ਇਹ ਭੇਦ ਨਾ ਜਾਣੋ, ਉਹ ਮਾਲਕ ਪਰਮਾਤਮਾ ਵਰਗੇ ਗੁਣ ਉਹਦੇ ਅੰਦਰ ਆ ਚੁੱਕੇ ਹੈ। ਜੋ ਜਲ ਤਰੰਗ ਉਠੇ ਬਹੁ ਭਾਂਤੀ, ਫਿਰ ਸਲਲ ਸਲਲ ਸਮਾਇਂਦਾ, ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਬਹੁਤ ਸਾਰੀਆਂ ਤਰੰਗਾਂ ਉੱਠਦੀਆਂ ਔਰ ਫਿਰ ਪਾਣੀ ਦੇ ਵਿੱਚ ਸਮਾ ਜਾਂਦੀਆਂ, ਇਸੇ ਤਰੀਕੇ ਦੇ ਨਾਲ ਜਿਹੜਾ ਵੀ ਪਰਮਾਤਮਾ ਦਾ ਸੇਵਕ ਹੈਗਾ ਉਹ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਵਿੱਚ ਹੀ ਸਮਾਇਆ ਹੋਇਆ। ਉਹਨੇ ਜਿਹੜਾ ਹੈਗਾ ਇਹ ਮਾਇਆ ਜਿਹੜੀ ਹੈਗੀ ਆ, ਇਹ ਮਾਇਆ ਦੇ ਬੰਧਨ ਜਿਹੜੇ ਹੈਗੇ ਇਹਨਾਂ 'ਚੋਂ ਜਿਹੜਾ ਹੈਗਾ ਇਸ ਨੂੰ ਉਹਨਾਂ ਨੇ ਖੋਲਿਆ ਹੈ, ਮਾਇਆ ਦੇ ਬੰਧਨਾਂ ਨੂੰ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਏ। ਜਲ ਹੀ ਮਾਇਆ ਸਮਾਏ, ਬਿਲਕੁਲ ਜੀ ਠੀਕ ਹੈ। ਇੱਕ ਜਾਚਕ ਮੰਗੈ ਦਾਨ ਦੁਆਰਾ, ਆਪਾਂ ਨੇ ਦੇਖ ਲਓ ਮਹਾਰਾਜ ਕਹਿੰਦੇ ਆ ਵੀ ਜਾਚਨਾ ਕਰਨੀ ਹੈ, ਆਪਾਂ ਜਾਚਕ ਹੈਗੇ ਆ। ਇੱਕ ਜਾਚਕ ਮੰਗੈ ਦਾਨ ਦੁਆਰਾ, ਮਾਲਕ ਦੇ ਦੁਆਰੇ। ਦੁਆਰਾ ਕਿੱਥੇ ਹੈ? ਮਾਲਕ ਪਰਮਾਤਮਾ ਦਾ। ਬਸ ਮਾਲਕ ਦਾ ਦੁਆਰਾ ਹੈਗਾ ਜਿੱਥੇ ਵਿਚਾਰ ਬੰਦ, ਦਸਮ ਦੁਆਰ ਉਹ ਮਾਲਕ ਦਾ ਵਿਚਾਰ ਹੈ। 9 ਦਰਵਾਜ਼ਿਆਂ ਤੋਂ ਬਿਰਤੀ ਹਟ ਜਾਏ, ਵਿਚਾਰ ਬੰਦ ਹੋ ਜਾਣ, ਤੇ ਉੱਥੇ ਦਸਮ ਦੁਆਰ ਤੇ ਆਹ ਜਾਚਨਾ ਕਰਨੀ ਹੈ, ਉੱਥੇ ਬੈਠਕ ਕਰਨੀ ਹੈ। ਇੱਕ ਜਾਚਕ ਦਾਨ ਮੰਗੈ ਦੁਆਰਾ ਹੈ। ਹੁਣ ਉੱਥੇ ਜਾਚਨਾ ਕੀ ਕਰੂਗਾ ਜਾਚਕ? ਵੀ ਮਾਲਕ ਪਰਮਾਤਮਾ ਆਤਮਾ ਦਰਸ਼ਨ ਦੇ ਜਾਚਨਾ ਕਰੂਗਾ। ਇੱਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭ ਭਾਵੈ ਤਾਂ ਕਿਰਪਾ ਤਾਰੇ। ਮਾਲਕ ਪਰਮਾਤਮਾ ਜਦ ਜਿਹੜਾ ਹੈਗਾ ਉਹਦੀ ਮਰਜ਼ੀ ਹੋਏਗੀ, ਜਦ ਦੇਖੂਗਾ ਵੀ ਇਹ ਖਰਾ ਹੋ ਗਿਆ, ਮਾਲਕ ਦੀ ਕਸੌਟੀ ਤੇ ਪੂਰਾ 12 ਬੰਨੀ ਹੋ ਗਿਆ, ਤੇ ਕਿਰਪਾ ਕਰ ਦਿੰਦਾ ਹੈ। ਜਾਚਕ ਕੀ ਮੰਗ ਰਿਹਾ? ਦਿਓ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨੈ ਮਨ ਠਹਿਰਾਇਂਦਾ। ਦਿਓ ਦਰਸ ਜਿਤ ਮਨ ਤ੍ਰਿਪਤਾਸੈ, ਕਹਿੰਦੇ ਮੈਨੂੰ ਦਰਸ਼ਨ ਦੇ, ਮੇਰਾ ਮਨ ਤ੍ਰਿਪਤ ਹੋ ਜਾਏ। ਹਰ ਕੀਰਤਨੇ ਮਨ ਠਹਿਰਾਂਦਾ, ਕਹਿੰਦੇ ਉਸ ਦਸਮ ਦੁਆਰ ਦੇ ਉੱਤੇ ਪਰਮੇਸ਼ਰ ਦੇ ਕੀਰਤਨ ਦੇ ਦੁਆਰਾ ਹੀ ਮਨ ਨੇ ਠਹਿਰਨਾ ਹੈਗਾ। ਤੇ ਕੀਰਤਨ ਦਾ ਕੀ ਮਤਲਬ ਹੋਇਆ? ਕੀਰਤਨ ਦਾ ਮਤਲਬ ਹੋਇਆ ਧਿਆਨ। ਕੀਰਤਨ ਦਾ ਮਤਲਬ ਹੋਇਆ ਧਿਆਨ। ਜਿੱਥੇ ਮਨ ਠਹਿਰ ਗਿਆ, ਕਹਿੰਦੇ ਇਸ ਕੀਰਤਨ ਦੇ ਦੁਆਰਾ, ਇਸ ਧਿਆਨ ਸਿਮਰਨ, ਇਸ ਭਗਤੀ ਦੇ ਦੁਆਰਾ ਹੀ ਜਿਹੜਾ ਹੈਗਾ ਮਨ ਨੇ ਠਹਿਰਨਾ ਹੈਗਾ। ਇਹ ਭਗਤੀ ਨੂੰ ਹੀ ਕੀਰਤਨ ਕਹਿ ਰਹੀ ਹੈ ਬਾਣੀ। ਰੂੜੋ ਠਾਕੁਰ ਕਿਤੇ ਵਸ ਨਾ ਆਵੇ, ਕਹਿੰਦੇ ਬਹੁਤ ਵੱਡਾ ਹੈ ਮਾਲਕ ਪਰਮਾਤਮਾ, ਬਹੁਤ ਸੁੰਦਰ ਹੈ, ਬਹੁਤ ਵੱਡਾ ਹੈ ਮਾਲਕ ਪਰਮਾਤਮਾ। ਉਹ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਪ੍ਰਗਟ ਹੁੰਦਾ, ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਵਸ ਨਹੀਂ ਆਉਂਦਾ। ਹਰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ, ਹਰ ਸੋ ਕਿਛ ਕਰੇ ਜੇ ਹਰ ਕਿਆਂ ਸੰਤਾਂ ਭਾਵੈ। ਲਓ ਇੱਥੇ ਦੇਖ ਲਓ, ਮਾਲਕ ਉਹੀ ਕੁਝ ਕਰਦਾ ਹੈ ਜੋ ਉਹਦੇ ਸੰਤਾਂ ਨੂੰ ਪਾਉਂਦਾ ਹੈ, ਜੋ ਉਹਦੇ ਭਗਤਾਂ ਨੂੰ ਪਾਉਂਦਾ ਹੈ। ਜੋ ਉਹਦੇ ਭਗਤ ਕਹਿੰਦੇ ਆ ਉਹ ਮਾਲਕ ਤੋਂ ਕਰਵਾ ਲੈਂਦੇ ਆ। ਰੂੜੋ ਠਾਕੁਰ ਕਿਤੇ ਵਸ ਨਾ ਆਵੇ, ਹਰ ਸੋ ਕਿਛ ਕਰੇ ਜੇ ਹਰ ਕਿਆਂ ਸੰਤਾਂ ਭਾਵੈ। ਕੀਤਾ ਲੋੜਨ ਸੋਈ ਕਰਾਇਨ, ਇਹ ਤਾਂ ਜੀ ਬਹੁਤ ਹੀ ਉੱਪਰ ਦੀ ਗੱਲ ਹੋ ਗਈ। ਦੇਖੋ, ਕੀਤਾ ਲੋੜਨ ਸੋਈ ਕਰਾਇਨ, ਜੋ ਚਾਹੁੰਦੇ ਆ ਮਾਲਕ ਕੋਲੋਂ ਕਰਵਾ ਲੈਂਦੇ ਆ। ਉਹ ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨਾ ਕੋਈ ਪਾਇੰਦਾ। ਕੋਈ ਜਿਹੜਾ ਹੈਗਾ ਉਹਨਾਂ ਦੇ ਹੁਕਮ ਨੂੰ
ਉਹਨਾਂ ਦੀ ਮੰਗ ਨੂੰ ਕੋਈ ਫੇਰ ਨਹੀਂ ਸਕਦਾ ਪਾਏ। ਉਹ ਦਰ ਦੇ ਉੱਤੇ ਬੈਠੇ ਹੈ। ਜਿੱਥੇ ਔਗਟ ਆਏ ਬਨਤ ਹੈ ਪ੍ਰਾਣੀ, ਜਿੱਥੇ ਵੀ ਕਹਿੰਦੇ ਕੋਈ ਤੈਨੂੰ ਜਿਹੜਾ ਹੈਗਾ ਔਗਟ ਗਲੀਆਂ ਹੈਗੀਆਂ, ਜਿੱਥੇ ਜਿਹੜੀ ਹੈਗੀ ਕੋਈ ਤੈਨੂੰ ਤਕਲੀਫ ਹੈਗੀ ਆ ਪਾਈ, ਔਗਟ ਆਏ ਬੰਤ ਹੈ ਪ੍ਰਾਣੀ, ਤਿੱਥੇ ਹਰ ਧਿਆਈਏ ਸਾਰੰਗ ਪਾਣੀ। ਕਹਿੰਦੇ ਉੱਥੇ ਪਰਮਾਤਮਾ ਦਾ ਧਿਆਨ ਸਿਮਰਨ ਕਰ, ਬਸ ਛੱਡ ਦੇ ਉਸਨੂੰ, ਛੱਡ ਦੇ ਉਹਨਾਂ ਵਿਚਾਰਾਂ ਨੂੰ, ਮਾਲਕ ਦਾ ਧਿਆਨ ਕਰ ਲਾ। ਮਾਲਕ ਆਪਣੇ ਆਪ ਜਿਹੜਾ ਹੈਗਾ ਤੇਰਾ ਕੰਮ ਤੇਰੇ ਤੋਂ ਵਧੀਆ ਸਵਾਰ ਦੇਗਾ। ਜਿੱਥੇ ਔਗਟ ਆਏ ਬਨਤ ਹੈ ਪ੍ਰਾਣੀ, ਤਿੱਥੇ ਹਰ ਧਿਆਈਏ ਸਾਰੰਗ ਪਾਣੀ। ਜਿੱਥੇ ਪੁੱਤਰ ਕਲੱਤਰ ਨਾ ਬੇਲੀ ਕੋਈ, ਤਿੱਥੇ ਹਰ ਆਪ ਛਡਾਇਂਦਾ। ਦੇਖ ਲਓ, ਜਿੱਥੇ ਕੋਈ ਘਰ ਵਾਲੀ, ਬੱਚੇ, ਕੋਈ ਵੀ ਜਿਹੜਾ ਹੈਗਾ ਉਸ ਜਗ੍ਹਾ 'ਤੇ ਆਪਣੀ ਸਹਾਇਤਾ ਨਹੀਂ ਕਰਦਾ, ਕੋਈ ਮਿੱਤਰ ਨਹੀਂ ਹੁੰਦਾ, ਉਸ ਜਗ੍ਹਾ 'ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਜਿਹੜਾ ਹੈਗਾ ਛਡਾਉਂਦਾ ਹੈ। ਵੱਡਾ ਸਾਹਿਬ ਅਗਮ ਅਥਾਹ, ਉਹ ਮਾਲਕ ਪਰਮਾਤਮਾ ਸਾਰਿਆਂ ਤੋਂ ਉੱਪਰ ਹੈਗਾ, ਸਾਰਿਆਂ ਦਾ ਜਿਹੜਾ ਹੈਗਾ ਕੰਟਰੋਲਰ ਹੈਗਾ, ਔਰ ਉਹ ਅਪਹੁੰਚ ਹੈਗਾ, ਔਰ ਅਥਾਹ ਹੈਗਾ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਕਿਉਂ ਮਿਲੀਏ ਪ੍ਰਭ ਵੇ ਪਰਵਾਹਾ, ਕਿਸ ਤਰ੍ਹਾਂ ਜਿਹੜਾ ਹੈਗਾ, ਕਹਿੰਦੇ ਮਾਲਕਾ ਤੈਨੂੰ ਕਿਵੇਂ ਮਿਲਾਂ ਮੈਂ ਕਿਵੇਂ ਆਤਮ ਦਰਸ਼ਨ ਕਰਾਂ। ਕਾਠ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏਂਦਾ। ਆ ਮਿਲਦਾ ਹੈ ਭਾਈ ਇਸ ਤਰੀਕੇ ਦੇ ਨਾਲ। ਕਹਿੰਦੇ ਜਿਹਦੀ ਸਿਲਕ, ਜਿਹਦੀ ਫਾਹੀ ਮਾਲਕ ਪਰਮਾਤਮਾ ਕੱਟ ਦਿੰਦਾ ਆ, ਜਿਹਨੂੰ ਮਾਰਗ ਦੇ ਉੱਤੇ ਪਾ ਦਿੰਦਾ ਆ, ਮਾਲਕ ਦੇ ਮਿਲਣ ਦੇ ਮਾਰਗ ਦੇ ਉੱਤੇ, ਸੋ ਵਿੱਚ ਸੰਗਤ ਵਾਸਾ ਪਾਏਂਦਾ। ਉਹਨੂੰ ਆ ਸੰਗਤ ਮਿਲ ਜਾਂਦੀ ਹੈ ਭਾਈ, ਆ ਸਾਧ ਸੰਗਤ ਦੇ ਵਿੱਚ ਟਿਕਾਣਾ ਮਿਲ ਜਾਂਦਾ ਹੈ, ਟਿਕ ਜਾਂਦਾ ਹੈ। ਉਹ ਜਿਹੜਾ ਸਾਧ ਸੰਗਤ ਦੇ ਵਿੱਚ ਟਿਕ ਗਿਆ ਤੇ ਸਮਝ ਲਓ ਮਾਲਕ ਦੇ ਰਸਤੇ ਦੇ ਉੱਤੇ ਪੈ ਗਿਆ। ਉਹ ਆ ਹੈ ਮਿਲਣ ਦਾ ਤਰੀਕਾ ਉਸ ਵੱਡੇ ਸਾਹਿਬ ਅਗਮ ਅਥਾਹ ਨੂੰ। ਕਿਉਂ ਮਿਲੀਏ ਪ੍ਰਭ ਵੇ ਪਰਵਾਹਾ, ਉਹ ਤਾਂ ਵੇ ਪ੍ਰਵਾਹ ਹੈਗਾ, ਉਹਨੂੰ ਕੋਈ ਪਰਵਾਹ ਨਹੀਂ ਹੈ। ਤੂੰ ਭਾਵੇਂ ਜਿਹੜਾ ਹੈਗਾ ਕਰੋੜਾਂ ਜਨਮ ਹੋਰ ਲੈ ਲਾ ਮਾਇਆ ਦੇ ਵਿੱਚ। ਵੱਡਾ ਸਾਹਿਬ ਅਗਮ ਅਥਾਹ, ਕਿਉਂ ਮਿਲੀਏ ਪ੍ਰਭ ਵੇ ਪਰਵਾਹਾ। ਕਾਟ ਸਿਲਕ ਜਿਸ ਮਾਰਗ ਪਾਏ, ਜਿਸ ਦੀ ਔਂਕੜ ਲੱਗੀ ਹੋਈ ਹੈ। ਮਾਲਕ ਨੇ ਜਿਹੜਾ ਹੈਗਾ ਮਾਰਗ ਤੇ ਪਾਉਣਾ ਹੈ, ਉਹਦੀ ਕਸੌਟੀ ਤੇ ਉਤਰਨਾ ਹੈ। ਬਈ ਇਹ ਜਿਹੜਾ ਹੈਗਾ ਇਹ ਆਤਮਾ ਵੱਲ ਨੂੰ, ਮੇਰੇ ਵੱਲ ਨੂੰ ਆਉਣਾ ਚਾਹੁੰਦਾ ਹੈ, ਇਹ ਮੈਨੂੰ ਵੀ ਜਿਹੜਾ ਹੈਗਾ ਆਪਣੇ ਜੀਵਨ 'ਚ ਲੈ ਕੇ ਆਉਣਾ ਚਾਹੁੰਦਾ ਹੈ। ਕਾਠ ਸਿਲਕ ਜਿਸ ਮਾਰਗ ਪਾਏ, ਸੋ ਵਿੱਚੇ ਸੰਗਤ ਵਾਸਾ ਪਾਏਂਦਾ। ਹੁਕਮ ਬੂਝੈ ਸੋ ਸੇਵਕ ਕਹੀਏ। ਆਹੀ ਹੁਕਮ ਹੈ, ਜਿਹਨੇ ਬੁੱਝ ਲਿਆ ਹੁਕਮ ਉਹ ਸੇਵਕ ਹੈ ਭਾਈ। ਸੇਵਕ ਦੀ ਡੈਫੀਨੇਸ਼ਨ ਆ ਰਹੀ ਹੈ, ਜਿਹੜਾ ਹੁਕਮ ਬੁੱਝਦਾ ਹੈ, ਹੁਕਮ ਤੇ ਚੱਲਦਾ ਹੈ, ਉਹ ਸੇਵਕ ਹੈਗਾ। ਫਿਰ ਭਾਵੇਂ ਜਿਹੜਾ ਹੈਗਾ ਕੋਈ ਉਹਨੂੰ ਕੋਈ ਜਿਹੜਾ ਦੁੱਖ ਆਏ, ਸੁੱਖ ਆਏ, ਉਹਨੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਆ ਭਗਤੀ, ਆ ਧਿਆਨ ਸਿਮਰਨ, ਆ ਹੁਕਮ ਇਹ ਨਹੀਂ ਛੱਡਣਾ। ਹੁਕਮ ਬੂਝੇ ਸੋ ਸੇਵਕ ਕਹੀਏ, ਬੁਰਾ ਭਲਾ ਦੋਏ ਸਮਸਰ ਸਹੀ ਹੈ। ਚਾਹੇ ਦੁੱਖ ਹੋਏ ਤਾਂ ਸੁੱਖ ਹੋਏ, ਉਹਨੇ ਦੋਨੋਂ ਸਮਾਨ ਰੂਪ ਦੇ ਵਿੱਚ ਜਿਹੜਾ ਹੈਗਾ ਉਹਨੇ ਭਗਤੀ ਕਰੀ ਜਾਣੀ ਹੈ। ਹਉਮੈ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖੇ ਸਹਿਜ ਸਮਾਇਂਦਾ। ਜਿਹਦੀ ਹਉਮੈ ਚਲੇ ਜਾਂਦੀ ਹੈ ਇਸ ਤਰੀਕੇ ਦੇ ਨਾਲ, ਹਉਮੈ ਜਾਂਦੀ ਹੈ ਭਾਈ। ਹਉਮੈ ਕੀ ਹੈ? ਹਉਮੈ ਹੈਗੀ ਆ ਸਰੀਰ। ਆ ਸਰੀਰ ਦੇ ਨਾਲ ਜੋ ਵੀ ਅਟੈਚਮੈਂਟ ਹੈ ਸਾਰੀ ਦੀ ਸਾਰੀ ਹਉਮੈ ਹੈਗੀ ਆ। ਆਪਾਂ ਹੈ ਨਹੀਂ ਗੇ, ਫਿਰ ਵੀ ਆਪਾਂ ਹਾਂ ਤੇ ਮੈਂ ਦੇ ਵਿੱਚ ਫਸੇ ਹੋਏ। ਮੈਂ ਕੁਛ ਹਾਂ, ਮੇਰੀ ਕੋਈ ਹੋਂਦ ਹੈ, ਹਾਂ ਮੇਰੀ ਕੋਈ ਮੈਂ ਮੇਰਾ ਅਹੁਦਾ, ਮੇਰਾ ਮੇਰੀ ਮੈਂ ਗਿਆਨੀ, ਮੈਂ ਇਹ ਉਹ ਜੋ ਵੀ ਜਿੱਥੇ ਮੈਂ ਆ ਗਈ, ਬਸ ਜਿੱਥੇ ਵੀ ਮੇਰਾ ਕੁਛ। ਹਾਂ, ਹਉਮੈ ਜਾਏ ਤਾਂ ਇੱਕੋ ਬੂਝੈ, ਤਾਂ ਇੱਕ ਬੁਝਦਾ ਹੈ। ਸੋ ਗੁਰਮੁਖੇ ਸਹਿਜ ਸਮਾਇਂਦਾ। ਇਹ ਕੰਡੀਸ਼ਨ ਹੈਗੀ ਆ ਭਾਈ, ਗੁਰੂ ਦੇ ਰਾਹੀਂ ਇਹਨੇ ਬੁੱਝ ਜੀ ਜਾਣੀ ਆ ਭਾਈ। ਇਹ ਆ ਧਿਆਨ ਸਿਮਰਨ, ਇਹ ਭਗਤੀ ਜਿਹੜੀ ਗੁਰੂ ਦੀ ਮੱਤ ਜਿਹੜੀ ਹੈਗੀ, ਗੁਰੂ ਨੂੰ ਨਾਲ ਜਿਹੜਾ ਹੈਗਾ ਗੁਰੂ ਦੀ ਮੱਤ ਲੈ ਕੇ, ਔਰ ਆਪਾਂ ਧਿਆਨ ਸਿਮਰਨ ਦੋਨੋਂ ਦੇ ਦੋਨੋਂ ਜਿਹੜੇ ਹੈਗੇ, ਇਹ ਜਿਹੜਾ ਹੈ ਗਿਆਨ, ਧਿਆਨ ਔਰ ਕਰਮ, ਤਿੰਨੋਂ ਦੇ ਤਿੰਨੋਂ ਜਿਹੜੇ ਹੈਗੇ ਆਪਾਂ ਇਹਨਾਂ ਦੇ ਨਾਲ ਜਿਹੜਾ ਹੈਗਾ ਇਹ ਸਹਿਜ ਅਵਸਥਾ ਤੱਕ ਪਹੁੰਚ ਸਕਦੇ ਹਾਂ, ਸਹਿਜ ਦੇ ਵਿੱਚ ਸਮਾ ਸਕਦੇ ਹਾਂ, ਵਿਚਾਰ ਸ਼ੂਨਯ ਹੋ ਸਕਦੇ ਹਾਂ।
ਇਹਨੂੰ ਕਹਿੰਦੇ ਜੀ ਇਫ ਐਂਡ ਓਨਲੀ ਇਫ। ਇਹੀ ਇੱਕ ਲਾਸਟ ਐਂਡ ਕੰਡੀਸ਼ਨ ਇਹੀ ਹੈ। ਹਾਂ, ਇਸ ਤੋਂ ਉੱਪਰ ਦੀ ਕੋਈ ਕੰਡੀਸ਼ਨ ਨਹੀਂ ਹੈ। ਇਫ ਐਂਡ ਓਨਲੀ ਇਫ ਹਉਮੈ ਬਸ। ਹਰ ਕੇ ਭਗਤ ਸਦਾ ਸੁਖ ਵਾਸੀ। ਜਿਹੜੇ ਵੀ ਪਰਮੇਸ਼ਰ ਦੀ ਭਗਤੀ ਕਰਦੇ ਆ ਭਾਈ, ਉਹ ਹਮੇਸ਼ਾ ਵਾਸਤੇ ਸੁਖ ਵਾਸੀ ਹੋ ਜਾਂਦੇ। ਉਹਨਾਂ ਨੇ ਉਹਨਾਂ ਨੂੰ ਸੁੱਖ ਦਾ ਪਤਾ ਲੱਗ ਗਿਆ ਵੀ ਸੁੱਖ ਕਹਿੰਦੇ ਕਿਹਨੂੰ ਆ। ਹਰ ਕੇ ਭਗਤ ਸਦਾ ਸੁਖ ਵਾਸੀ। ਔਰ ਕਿਹੋ ਜਿਹਾ ਨੇਚਰ ਹੋ ਜਾਂਦਾ, ਬਾਲ ਸੁਭਾਏ ਅਤੀਤ ਉਦਾਸੀ। ਬਾਲ ਸੁਭਾਏ ਹੋ ਜਾਣਗੇ, ਬਿਲਕੁਲ ਬੱਚੇ ਵਾਂਗੂ ਨੇਚਰ ਹੋ ਜਾਏਗਾ ਉਹਨਾਂ ਦਾ, ਅਤੀਤ ਹੋ ਜਾਣਗੇ ਇਹ ਮਾਇਆ ਤੋਂ ਉੱਪਰ, ਔਰ ਉਦਾਸ ਹੋ ਜਾਣਗੇ। ਉਦਾਸ ਕੋਈ ਉਹਨਾਂ ਦਾ ਜਿਹੜੇ ਹੈਗੀ ਖਿੱਚ ਨਹੀਂ ਹੈਗੀ, ਇਹਨਾਂ ਦੀ ਮਾਇਆ ਦੀ ਖਿੱਚ ਨਹੀਂ ਹੈ, ਔਰ ਅਤੀਤ ਵੀ ਹੈਗੇ ਔਰ ਉਦਾਸ ਵੀ ਹੈਗੇ। ਬਾਲ ਸੁਭਾਏ, ਬਿਲਕੁਲ ਬੱਚੇ ਵਰਗਾ ਸੁਭਾਅ ਬਣੂਗਾ ਤਾਂ ਜਿਹੜਾ ਹੈਗਾ ਅਚੀਵਮੈਂਟ ਆਏਗੀ ਭਾਈ। ਉਹਨੂੰ ਕਹਿੰਦੇ ਸਹਿਜ ਅਵਸਥਾ, ਪ੍ਰੈਜ਼ੈਂਟ ਦੇ ਵਿੱਚ, ਨੋ ਪਾਸਟ ਨੋ ਫਿਊਚਰ। ਇਹ ਹੈ ਬਾਲ ਸੁਭਾਏ। ਅਨਕ ਰੰਗ ਕਰੈ ਬਹੁ ਭਾਂਤੀ, ਜਿਉ ਪਿਤਾ ਪੂਤ ਲਾਡਾਇਂਦਾ। ਫਿਰ ਉਹ ਮਾਲਕ ਪਰਮਾਤਮਾ ਆਤਮਾ ਦੇ ਵਿੱਚ, ਆਤਮ ਤਲ ਤੇ ਆਤਮਾ ਦੇ ਵਿੱਚ ਜਿਹੜਾ ਹੈਗਾ ਉਹਦਾ ਵਾਸਾ ਹੋ ਜਾਂਦਾ ਹੈ, ਔਰ ਆਤਮਾ ਦੇ ਨਾਲ ਜਿਹੜਾ ਹੈਗਾ ਅਨੇਕਾਂ ਹੀ ਰੰਗ ਕਰਦਾ ਹੈ। ਜਿਵੇਂ ਪਿਓ ਤੇ ਬੱਚਾ ਜਿਹੜਾ ਹੈਗਾ ਆਪਸ ਦੇ ਵਿੱਚ ਜਿਹੜੇ ਹੈਗੇ ਲਾਡ ਕਰਦੇ। ਅਗਮ ਅਗੋਚਰ ਕੀਮਤ ਨਹੀਂ ਪਾਈ। ਉਹ ਮਾਲਕ ਪਰਮਾਤਮਾ ਨਹੀਂ ਦਿਖਦਾ, ਅਪਹੁੰਚ ਹੈਗਾ ਤੇ ਅਗੋਚਰ ਆ। ਇਹ ਆਪਣੀਆਂ ਅੱਖਾਂ ਤੋਂ ਪਰੇ, ਇੰਦਰੀਆਂ ਤੋਂ ਪਰੇ। ਇਸ ਕਰਕੇ ਇਨਸਾਨ ਦੇ ਜਾਮੇ ਦੇ ਵਿੱਚ ਆ ਕੇ ਵੀ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਵੈਲਿਊ ਨਹੀਂ ਸਮਝਦਾ। ਤਾਂ ਮਿਲੀਏ ਜਾਂ ਲੈ ਮਿਲਾਈ। ਔਰ ਉਹਨੂੰ ਮਿਲਾਂਗੇ ਉਦੋਂ ਜੇ ਉਹ ਮਿਲਾ ਲੂਗਾ ਆਪਣੇ ਨਾਲ। ਤਾਂ ਮਿਲਾਉਣਾ ਉਹਨੇ ਹੈਗਾ ਤੇ ਮਿਲਣਾ ਆਪਾਂ ਨੇ ਹੈਗਾ। ਮਿਲਾਉਣਾ ਉਹਨੇ ਹੈਗਾ ਤੇ ਮਿਲਾਉਣਾ ਉਹਨੂੰ ਹੈ ਜਿਹੜਾ ਮਿਲਣਾ ਚਾਹੁੰਦਾ ਹੈ। ਔਰ ਜੋ ਰਸਤਾ ਮਾਲਕ ਨੇ ਰੱਖਿਆ ਹੋਇਆ ਮਿਲਣ ਦਾ, ਉਸ ਰਸਤੇ ਤੇ ਤੁਰਦਾ ਹੈ। ਅਗਮ ਅਗੋਚਰ ਕੀਮਤ ਨਹੀਂ ਪਾਈ, ਤਾਂ ਮਿਲੀਏ ਜਾਂ ਲੈ ਮਿਲਾਈ। ਗੁਰਮੁਖੇ ਪ੍ਰਗਟ ਪਾਇਆ ਤਿੰਨ ਜਨ ਕੋ, ਜਿਨ ਤੁਰੇ ਮਸਤਕੇ ਲੇਖ ਲਿਖਾਇਂਦਾ। ਉਹਨਾਂ ਨੂੰ, ਉਸ ਅਭਿਆਸੀਆਂ ਨੂੰ ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ, ਇਸ ਭਗਤੀ ਦੇ ਦੁਆਰਾ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੇ ਅੰਦਰ। ਕਿਹਨਾਂ ਨੂੰ? ਜਿਨ ਤੁਰੇ ਮਸਤਕ ਲੇਖ ਲਿਖਾਇਂਦਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਕਸੌਟੀ ਤੇ ਪੂਰਾ ਨਿਕਲਦਾ ਹੈ ਤੇ ਮਾਲਕ ਜਿਹੜਾ ਹੈਗਾ ਮਿਲਾਪ ਦਾ ਲੇਖ ਲਿਖ ਦਿੰਦਾ ਹੈ। ਆਇਆ ਤੁਰੇ ਮਸਤਕੇ ਲੇਖ ਲਿਖਾਇਂਦਾ। ਮਾਲਕ ਲੇਖਣੀ ਆਪਣੇ ਕੋਲ ਆ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜੋ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਗੁਰਮੁਖੇ ਪ੍ਰਗਟ ਪਾਇਆ ਤਿੰਨ ਜਨ ਕੋ। ਬਿਲਕੁਲ ਦੇਖੋ ਜਨ ਲਿਖਿਆ ਹੋਇਆ, ਇੱਕ ਥੋੜੀ ਨਾ, ਕਈਆਂ ਨੂੰ ਪ੍ਰਗਟ ਹੋ ਗਿਆ ਮਾਲਕ ਪਰਮਾਤਮਾ। ਤਾਂ ਜਿਨ ਤੁਰੇ ਮਸਤਕ ਲੇਖ ਲਿਖਾਇਂਦਾ। ਤੁਰ ਤੋਂ ਮਾਲਕ ਪਰਮਾਤਮਾ ਨੇ ਮਿਲਾਪ ਦਾ ਲੇਖ ਲਿਖਣਾ ਆ। ਔਰ ਆਪਣੇ ਆਪਸ਼ਨ ਆਪਣੇ ਕੋਲ ਆ, ਚੁਆਇਸ ਆਪਣੇ ਕੋਲ ਆ। ਔਰ ਆਪਸ਼ਨ ਦੇ ਸਕਦੇ ਹਾਂ ਆਪਾਂ ਬ੍ਰਹਮ ਗਿਆਨ ਲੈ ਕੇ, ਔਰ ਇਸ ਰਸਤੇ ਤੇ ਤੁਰਦੇ ਹਾਂ ਤੇ ਲੇਖ ਲਿਖਿਆ ਜਾਂਦਾ ਹੈ। ਤੂੰ ਆਪੇ ਕਰਤਾ ਕਾਰਨ ਕਰਨਾ। ਆਪ ਮਾਲਕ ਪਰਮਾਤਮਾ ਕਰਤਾ ਹੈਗਾ ਸਾਰੀ ਸ੍ਰਿਸ਼ਟੀ ਨੂੰ, ਔਰ ਕਾਰਨ ਵੀ ਮਾਲਕ ਪਰਮਾਤਮਾ ਹੈਗਾ ਭਾਈ। ਕਾਰਨ ਵੀ ਮਾਲਕ ਆ ਇਹ ਕਰਨ ਦਾ। ਸਾਰੀ ਸ੍ਰਿਸ਼ਟੀ ਕਿਉਂ ਬਣਾਈ ਮਾਲਕ ਨੇ? ਤੂੰ ਆਪੇ ਕਰਤਾ ਕਾਰਨ ਕਰਨਾ, ਸ੍ਰਿਸ਼ਟ ਉਪਾਏ ਧਰੀ ਸਭ ਧਰਨਾ। ਸਾਰੀ ਸ੍ਰਿਸ਼ਟੀ ਪੈਦਾ ਕਰਕੇ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਆ ਉਹਨੂੰ ਆਸਰਾ ਦੇ ਰਿਹਾ ਹੈ। ਉਹ ਮਾਲਕ ਪਰਮਾਤਮਾ ਉਹਦਾ ਧਰ ਹੈਗਾ। ਧਰਤੀ ਦਾ ਜਿਵੇਂ ਆਸਰਾ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਆਸਰਾ ਹੈ। ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਦੇ ਆਸਰੇ ਦੇ ਉੱਤੇ ਹੀ ਹੈ। ਜਨ ਨਾਨਕ ਸਰਣ ਪਿਆ ਹਰ ਦੁਆਰੈ, ਹਰ ਭਾਵੈ ਲਾਜ ਰਖਾਇਂਦਾ। ਇੱਥੇ ਮਹਾਰਾਜ
ਪੰਜਵੀਂ ਪਾਤਸ਼ਾਹੀ ਔਂਕੜ ਲਗਾ ਕੇ ਮਾਲਕ ਦੇ ਅੱਗੇ ਬੇਨਤੀ ਕਰ ਰਿਹਾ ਕਿ ਤੇਰਾ ਜਨ ਜਿਹੜਾ ਹੈਗਾ ਮੈਂ ਤੇਰੀ ਸ਼ਰਨ ਦੇ ਪਿਆ ਆ, ਤੇਰੀ ਸ਼ਰਨ ਦੇ ਵਿੱਚ ਆ, ਤੇਰੇ ਦਰ 'ਤੇ ਹੈਗਾ ਆ, ਤੇਰੀ ਮਰਜ਼ੀ ਹੋਏ ਮਾਲਕਾ ਤੇ ਮੇਰੀ ਵੀ ਲਾਜ ਰੱਖ ਲਾ। ਆ ਜਾਮਾ ਆ ਮਨੁੱਖ ਸਰੀਰ ਦਿੱਤਾ ਹੈ ਤੂੰ, ਇਹ ਇਸੇ ਦੇ ਵਿੱਚ ਜਿਹੜਾ ਹੈਗਾ ਮੈਨੂੰ ਵੀ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਜਿਹੜਾ ਹੈਗਾ ਇਹ ਬਾਹਰ ਕੱਢ ਲਾ। ਜਨ ਨਾਨਕ ਸ਼ਰਨ ਪਾਇਆ ਹਰ ਦੁਆਰੇ। ਇਸ ਤਰ੍ਹਾਂ ਆਪਾਂ ਵੀ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ। ਹਰ ਭਾਵੈ ਲਾਜ ਰਖਾਇਂਦਾ, ਮਾਲਕ ਪਰਮਾਤਮਾ ਨੂੰ ਪਾ ਜਾਏਗੀ ਬੇਨਤੀ ਔਰ ਉਹ ਜਿਹੜਾ ਹੈਗਾ ਲਾਜ ਰੱਖ ਲਏਗਾ। ਆ ਜੀ ਇੱਕੋ ਹੀ ਸੀਗਾ ਪੰਜਵਾਂ ਜਿਹੜੀ ਹੈਗਾ ਇਹ 16 ਇਸ ਲੜੀ ਦਾ ਇੱਕੋ ਹੀ ਮੋਤੀ, ਸੁਨਹਿਰੀ ਮੋਤੀ। ਭੁੱਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਹਾਂਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ। ਇੱਕ ਸੈਕਿੰਡ ਜੀ, ਫਤਿਹ ਬੁਲਾ ਲੈਣ ਦੋ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਸਾਧ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕੁਝ ਕਹਿਣਾ ਚਾਹੁੰਦੀ ਸੀ ਬੀਬੀ ਕੋਈ? ਹਾਂਜੀ ਬੋਲੋ ਜੀ। ਕੋਈ ਬੀਬੀ ਕੁਝ ਕਹਿਣਾ ਚਾਹੁੰਦੇ ਸੀ? ਹਾਂ ਮਾਈਕ ਮਿਊਟ ਕੀਤਾ ਉਹਨਾਂ ਨੇ, ਮਾਈਕ ਖੋਲੋ ਉਹਨਾਂ ਨੂੰ। ਮੈਨੂੰ ਨਹੀਂ ਪਤਾ ਕੌਣ ਸੀਗੇ। ਆਪਣਾ ਮਾਈਕ ਖੋਲੋ ਜੀ ਜੇ ਕੁਝ ਕਹਿਣਾ ਹੈ ਤੇ। ਹਾਂਜੀ ਹਾਂ ਚਲੋ ਸ਼ਾਇਦ ਉਹ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਵਾਹਿਗੁਰੂ ਜੀ, ਆਪਣੇ ਗੁਰਮੇਲ ਸਿੰਘ ਜੀ, ਤੁਸੀਂ ਨਾ ਹੁਣ ਬਹੁਤ ਵਧੀਆ ਦੇਖੋ ਸਹੀ ਤੁਹਾਡਾ ਜਿਹੜਾ ਨਾ ਐਟਮੋਸਫੀਅਰ ਜਿੱਥੇ ਤੁਸੀਂ ਬੈਠੇ ਹੋ ਨਾ ਹੁਣ ਦੂਸਰੀ ਜਗ੍ਹਾ ਠੀਕ ਹੈ ਜੀ, ਬਿਲਕੁਲ ਵਧੀਆ ਆਵਾਜ਼ ਆ ਰਹੀ ਹੈ। ਬਸ ਤੁਸੀਂ ਆਪਣਾ ਯੋਗਦਾਨ ਜਿਹੜਾ ਨਾ ਬਹੁਤ ਸਲੋਲੀ ਬੋਲ ਕੇ ਔਰ ਯੋਗਦਾਨ ਪਾਇਆ ਕਰੋ। ਬਹੁਤ ਬਹੁਮੂल्य ਵਿਚਾਰ ਹੁੰਦੇ ਤੁਹਾਡੇ ਤੇ ਇੱਕ ਜਿਹੜਾ ਨਾ ਕਿਉਂਕਿ ਇਹ ਰਿਕਾਰਡ ਹੁੰਦਾ ਜਿਹੜਾ ਨਾ ਇਹ ਆਪਣਾ ਕੀਰਤਨ ਹੈਗਾ ਜਿੱਦਾਂ ਹਾਂਜੀ ਕਲਯੁੱਗ ਮੇ ਕੀਰਤਨ। ਹਾਂ ਕੀਰਤਨ ਕਿਹਨੂੰ ਕਹਿੰਦੇ ਆ? ਕੀਰਤਨ ਕਹਿੰਦੇ ਆ ਜੀ ਕਿ ਆਪਾਂ ਜਿਹੜਾ ਸਾਡੇ ਅੰਦਰ ਜਿਹੜਾ ਆਨੰਦ ਸ਼ਬਦ ਸੁਣ ਰਿਹਾ ਉਹਨੂੰ ਕੀਰਤਨ ਕਿਹਾ ਉਹ ਵੀਰ ਜੀ ਆਟੋਮੈਟਿਕਲੀ ਉੱਥੇ ਚਲੇ ਜਾਣਾ ਹੈ ਆਪਾਂ ਸਾਡੀ ਬੰਦਗੀ ਹੋਏਗੀ, ਉਸੇ ਨੂੰ ਸੁਣ ਕੇ ਅਸੀਂ ਗੁਰਮੁਖ ਬਣਾਂਗੇ। ਕਿਉਂਕਿ ਗੁਰਮੁਖ ਜਪੇ ਲਾਏ ਧਿਆਨ ਨਾਲ ਆਪਾਂ ਕਹਿੰਦੇ ਹੈਗੇ। ਮੈਨੂੰ ਸਮਝਾ ਬਹੁਤ ਵਧੀਆ ਬਿਲਕੁਲ ਕਲੀਅਰ ਕਰ ਦਿੱਤਾ ਤੁਸੀਂ ਕਿ ਸਾਨੂੰ ਗੁਰਮੁਖ ਵੀ ਬਣਨਾ ਪਊਗਾ, ਭਗਤੀ ਇਸ ਤਰੀਕੇ ਨਾਲ ਕਰਨੀ ਹੀ ਪਊਗੀ। ਗੁਰਮੁਖ ਬਣਾਂਗੇ ਫਿਰ ਜਿਹੜਾ ਸੀਗਾ ਕਿ ਆਪਣੇ ਜਿਹੜੇ ਜਦੋਂ ਆਪ ਤਰਾਂਗੇ ਤੇ ਜਿਹੜੇ ਆਪਣੇ ਵਿਚਾਰ ਸਾਰੇ ਖਤਮ ਕਰ ਰਹੇ ਕੁੱਲ ਵੀ ਤਾਰਾਂਗੇ। ਇਹ ਜਿਹੜੀ ਤੁਸੀਂ ਗੱਲ ਆਖੀ ਸੀ ਬਹੁਤ ਵਧੀਆ ਗੱਲ ਹੈਗੀ ਆ ਜੀ। ਇਹ ਮੈਂ ਤਾਂ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਸੀਗਾ, ਜਿਵੇਂ ਕੁਝ ਵਿੱਚ ਨਾ ਭੁਲੇਖਾ ਜਿਹਾ ਪੈ ਰਿਹਾ ਲੱਗ ਰਿਹਾ ਸੀਗਾ ਕਿ ਕੀਰਤਨ ਜਿਹੜਾ ਸੀਗਾ ਇੱਕ ਪਾਸੇ ਛੱਡ ਕੇ ਗੱਲ ਕਰ ਰਹੇ ਸੀਗੇ। ਇਸ ਕਰਕੇ ਆਪਾਂ ਕੀਰਤਨ ਦੇ ਨਾਲ ਹੀ ਤੇ ਜੁੜਨਾ ਹੈਗਾ ਜੀ। ਇਹੀ ਆ ਆਪਣੇ ਅੰਦਰ ਜਿਹੜਾ ਕੀਰਤਨ ਆ ਜੀ, ਇੱਥੇ ਹੀ ਬੰਦਗੀ ਆ ਜੀ। ਇਹ ਗੱਲ ਕਹਿਣੀ ਚਾਹੁੰਦਾ ਸੀਗਾ ਜੀ। ਬਹੁਤ ਤੁਹਾਡੀ ਮਿਹਰਬਾਨੀ ਵੀਰ ਜੀ, ਤੁਸੀਂ ਮੈਨੂੰ ਫਿਰ ਦੁਬਾਰਾ ਮੌਕਾ ਦਿੱਤਾ ਜੀ। ਬਸ ਇਹ ਕੀਰਤਨ ਆਪਣੇ ਆਪ ਹੋ ਜਾਣਾ ਹੈ ਵੀਰ ਜੀ। ਬਸ ਆਪਾਂ ਨੇ ਤਾਂ ਜਿਹੜੇ ਜੋ ਗੁਰੂ ਕਹਿ ਰਹੇ ਆ, ਜੋ ਬ੍ਰਹਮ ਗਿਆਨ ਕਹਿ ਰਿਹਾ ਆ, ਬਸ ਅੰਦਰ ਆਪਣੇ ਵੜਾਂਗੇ ਨਾ ਤੇ ਤਨ ਦੇ ਅੰਦਰ, ਤਾਂ ਹੀ ਇਹ ਕੀਰਤਨ ਸ਼ੁਰੂ ਹੋਊਗਾ। ਬਿਲਕੁਲ ਹਾਂਜੀ ਬਿਲਕੁਲ ਠੀਕ ਹੈ ਜੀ। ਕੀਰਤ ਦਾ ਮਤਲਬ ਹੈ ਨਾ ਜੀ, ਕੀਰਤ ਤਨ ਨਾਲ ਕੀਤੇ ਹੋਏ ਕੰਮਾਂ ਦਾ ਤਨ ਕੀਰਤਨ। ਤਨ ਦੇ ਨਾਲ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਇਸ ਸਰੀਰ ਦੇ ਨਾਲ, ਉਹ ਹੀ ਸਾਡਾ ਮਤਲਬ ਪ੍ਰਧਾਨ ਹੈ। ਜੇ ਅਸੀਂ ਮਾੜੇ ਕੰਮ ਕਰਾਂਗੇ ਤੇ ਉਹਦੇ ਨਾਲ ਸਾਨੂੰ ਉਹੋ ਜਿਹੀ ਮਿਲਣਾ ਹੈਗਾ। ਕੀਰਤਨ ਦਾ ਮਤਲਬ ਹੈ ਕੀਤੇ ਹੋਏ ਤਨ ਦੇ ਨਾਲ ਕੀਤੇ ਹੋਏ ਕੰਮ। ਵੀਰ ਜੀ ਫਿਰ ਤੁਸੀਂ ਜਿਹੜਾ ਨਾ ਉਹਨੂੰ ਦੇਖੋ ਹੋਰ ਜਿਹੜਾ ਹੈਗਾ ਹੋਰ ਜਿਹੜਾ ਤਾਂ ਵਧਾ ਦਿੱਤਾ ਉਹਨੂੰ ਕਨਫਿਊਜ਼ਨ ਨੂੰ। ਜਿਹੜਾ
ਕੀਰਤਨ ਜਿਹੜਾ ਹੈਗਾ ਇਹ ਅੰਦਰ ਵੜਨਾ ਹੈ, ਆਪਣੇ ਤਨ ਦੇ ਅੰਦਰ ਕੀਰਤੀ ਹੈ, ਤਨ ਦੇ ਅੰਦਰ, ਬਾਹਰ ਨਹੀਂ। ਬਸ 9 ਦਰਵਾਜ਼ਿਆਂ ਤੋਂ ਨਹੀਂ, 10ਵੇਂ ਦੁਆਰ ਵੱਲ ਨੂੰ ਜਾਣਾ, ਇਹੀ ਕੀਰਤਨ ਆ। ਇਹਦੇ ਨਾਲ ਹੀ ਹੋਣਾ ਹੈ ਸਾਰਾ ਕੁਝ। ਬਸ ਨਹੀਂ, ਉਹ ਤਾਂ ਮਨ ਨਾਲ ਹੋਣਾ ਜੀ। ਹਾਂਜੀ, ਤਨ ਨਾਲ ਬਿਲਕੁਲ ਥੋੜ੍ਹੀ ਮਨ ਨਾਲ ਹੋਣਾ। ਮਨ ਦੀ ਗੱਲ ਆ, ਮਨ ਦੀ ਖੇਡ ਆ ਸਾਰੀ। ਬਿਲਕੁਲ ਹਾਂ। ਇਹ ਜਿਹੜੇ ਬਾਹਰਲੇ ਕਰਮਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਆਪਣੇ ਆਪ ਥੋੜੀ ਨਾ ਬੰਦ ਹੋ ਜਾਣਗੇ। ਆਪਣੇ ਆਪ ਆਪਾਂ ਅਵਗੁਣ ਕਰਨੇ ਬੰਦ ਕਰ ਦਾਂਗੇ? ਨਾ ਨਾ ਨਾ, ਜੇ ਭਗਤੀ ਕਰਾਂਗੇ ਤੇ ਆ ਜਿਹੜੀ ਹੈਗੀ ਆ ਗੁਰੂ ਦੀ ਮੱਤ ਲਈ ਜਾਵਾਂਗੇ ਤੇ ਭਗਤੀ ਕਰੀ ਜਾਵਾਂਗੇ, ਤਾਂ ਇਹ ਜਿਹੜੇ ਹੈਗੇ ਮਨ ਇਹ ਮਨ ਦੀ ਤਾਂ ਖੇਡ ਨਹੀਂ ਹੈਗੀ ਛੱਡੇਗਾ। ਜੀ, ਨਾਲੇ ਸ਼ਬਦ ਸੁਰਤ ਦੀ ਖੇਡ ਆ ਸਾਰੀ ਇਹ। ਜੀ ਬਾਈ ਪ੍ਰੋਡਕਟ ਮਨ ਨੇ ਦੀ ਸਾਰੇ। ਖੇਡ ਨਹੀਂ ਆ ਇਹ। ਤੁਸੀਂ ਸੁਣਨ 'ਚ ਬੈਠੋ, ਬਸ ਇੱਕੋ ਹੀ ਕੰਮ ਕਰੋ, ਰੱਬ ਦਾ ਨਾਮ, ਪ੍ਰਮਾਤਮਾ ਦਾ ਨਾਮ ਜਪੋ। ਬਸ ਬਿਲਕੁਲ ਠੀਕ ਹੈ ਜੀ। ਔਰ ਮਨ ਤੇ ਕੰਟਰੋਲ ਰੱਖੋ। ਲਓ ਜੀ, ਵਾਹਿਗੁਰੂ